ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। गढ़ बगदाद निवाए कै, मक्का मदीना सब निवाया। सिद्ध 84 मंडली, खड़ दर्शन पाखंड जिनाया। पाताला आकाश लख, जिति धरती जगत समाया। जिति नवखंड मेदनी, सत नाम दा चक्र फिराया। देव दानो राखश दैत सब, चित गुप्त सब चरनी लाया। इंद्रासन अपशरा, राग रागनी मंगल गाया। भया आनंद जगत विच, कल तारण गुर नानक आया। हिंदू मुसलमान निवाया। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गर्भास न परिया रे। खत्री ब्राह्मण सूद वैस, सब एक नाम तरानथ। गुरु नानक उपदेश कहत है, जो सुनै सो पार परानथ। खत्री ब्राह्मण सूद वैस, उपदेश चौहर ना कहो सांझा। गुरमुख नाम जपै उधरै सो काल मह, घट घट नानक माझा। सतनाम श्री वाहिगुरु साहिब जी। आरामकली महला पहला, सिद्ध गोसत एक ओंकार। सतगुर प्रसाद, सिद्ध सभा कर आसन बैठे, संत सभा जयकारो। तिस आगे रह रास हमारी, साचा अपर अपारो। मस्तक काट धरी तिस आगे, तान मान आगे देयो। नानक संत मिलै सच पाइयै, सहज भाए जस लेयो। सिद्ध सभा कर आसन बैठे, संत सभा जयकारो। तिस आगे रह रास हमारी, साचा अपर अपारो। मस्तक काट धरी तिस आगे, तान मान आगे देयो। नानक
ਸੱਚ ਪਾਈਐ, ਸਹਿਜ ਭਾਏ ਜਸ ਲੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰਜੁ ਹਾਜ਼ਰ ਹਜੂ ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਕਰਨਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹੋ ਹੈ, ਵਾਹ ਵਾਹ ਸੱਚਾ ਸੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਵਿੱਚ ਮਹਾਰਾਜ ਅੰਮ੍ਰਿਤ ਬਾਣੀ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਅੱਜ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਸਿੱਧ ਗੋਸ਼ਟ ਆਰੰਭ ਹੋ ਰਹੀ ਹੈ। ਜੋ ਪਿਛਲੀ ਬਾਣੀ ਹੈ ਦੱਖਣੀ ਓਮਕਾਰ ਦੀ ਬਾਣੀ ਸੰਪੂਰਨ ਹੋਈ ਹੈ, ਜਿਸ ਦੀਆਂ 54 ਪੌੜੀਆਂ ਸਨ। 938 ਅੰਗ ਤੇ 54 ਪੌੜੀਆਂ ਵਾਲੀ ਦੱਖਣੀ ਓਮਕਾਰ ਦੀ ਬਾਣੀ ਪਿਛੇ ਸੰਪੂਰਨ ਹੋ ਚੁੱਕੀ ਹੈ ਤੇ ਅੱਗੇ ਸਿੱਧ ਗੋਸ਼ਟ ਨਾਮ ਦੀ ਬਾਣੀ ਆਰੰਭ ਹੋ ਰਹੀ ਹੈ। ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉਚਾਰਨ ਕੀਤੀ ਹੈ ਸਾਧ ਸੰਗਤ। ਔਰ ਇਹ ਗੋਸ਼ਟ ਜੋ ਹੈ, ਜੋ ਇਸ ਬਾਣੀ ਦੇ ਵਿੱਚ ਸਿੱਧਾਂ ਵੱਲੋਂ ਸਵਾਲ ਤੇ ਮਹਾਰਾਜ ਸਾਹਿਬ ਜੀ ਵੱਲੋਂ ਉਹਨਾਂ ਦੇ ਜਵਾਬ ਹਨ। ਸਿੱਧਾਂ ਦੇ ਪ੍ਰਸ਼ਨ ਤੇ ਗੁਰੂ ਸਾਹਿਬ ਜੀ ਦੇ ਉੱਤਰ ਹਨ। ਇਹ ਵੱਖ-ਵੱਖ ਥਾਵਾਂ ਦੇ ਉੱਤੇ ਸਿੱਧਾਂ ਵੱਲੋਂ ਸਵਾਲ ਕੀਤੇ ਗਏ। ਸੁਮੇਰ ਪਰਬਤ ਤੇ ਸਿੱਧਾਂ ਵੱਲੋਂ ਇਹ ਗੋਸ਼ਟ ਕੀਤੀ ਗਈ ਮਹਾਰਾਜ ਜੀ ਦੇ ਨਾਲ। ਔਰ ਅਚਲ ਬਟਾਲੇ ਦੀ ਧਰਤੀ ਤੇ ਉੱਥੇ ਵੀ ਮਹਾਰਾਜ ਸਾਹਿਬ ਜੀ ਦੇ ਨਾਲ ਇਹ ਗੋਸ਼ਟ ਹੋਈ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਜਿਸ ਮੌਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ, ਲਾਹੌਰ ਦੇ ਕਰੋੜੀਏ ਖੱਤਰੀ ਦੇ ਬੇਨਤੀ ਕਰਨ ਤੋਂ ਪਹਿਲਾਂ ਤੇ ਉਹ ਕਰੋੜੀਆ ਖੱਤਰੀ ਜਿਹੜਾ ਸੀ ਬਹੁਤ ਹੰਕਾਰ ਦੇ ਵਿੱਚ ਸੀ। ਸਾਧ ਸੰਗਤ ਮਹਾਰਾਜ ਰਾਵੀ ਦੇ ਕੰਢੇ ਤੇ ਬੈਠੇ ਸਨ। ਉਦਾਸੀਆਂ ਤੋਂ ਆ ਕਰਕੇ, ਜੀਵਾਂ ਦੀ ਕਲਿਆਣ ਕਰਕੇ, ਚੌਹਾਂ ਚੱਕਾਂ ਨੌਂ ਖੰਡਾਂ ਦਾ ਭਰਮਣ ਕਰਕੇ ਉੱਥੇ ਜਗਿਆਸੂ ਸ਼ਰਧਾਵਾਨ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਸਤਿਗੁਰੂ ਜੀ ਰਾਵੀ ਦੇ ਕੰਢੇ ਤੇ ਉਪਦੇਸ਼ ਬਖਸ਼ਿਸ਼ ਕਰਦੇ। ਔਰ ਜੋ ਸਾਧੂ ਲੋਕ ਮਹਾਰਾਜ ਦੇ ਦਰਸ਼ਨ ਕਰਕੇ ਜਾਂਦੇ, ਜਿੱਧਰ ਨੂੰ ਜਾਂਦੇ ਫਿਰ ਉਧਰ ਗੁਰੂ ਸਾਹਿਬ ਜੀ ਦੀ ਰਸਨਾ ਦਾ ਉਪਦੇਸ਼ ਅੰਮ੍ਰਿਤ ਬਾਣੀ ਉਹ ਜਪਦੇ ਤੇ ਗਾਉਂਦੇ। ਇਸੇ ਤਰ੍ਹਾਂ ਲਾਹੌਰ ਦੇ ਵਿੱਚ ਕੋਈ ਸਾਧੂ ਵਿਚਰ ਰਹੇ ਸਨ ਤੇ ਵਿਚਰਦਿਆਂ ਹੋਏ ਆਪਣੀ ਰਸਨਾ ਤੋਂ ਮਹਾਰਾਜ ਦੀ ਬਾਣੀ ਗਾ ਰਹੇ ਸਨ ਤੇ ਵਿੱਚ ਸਤਿਗੁਰੂ ਜੀ ਦਾ ਨਾਮ ਆਉਂਦਾ ਸੀ ਉਹਨਾਂ ਪਵਿੱਤਰ ਪੰਕਤੀਆਂ। ਜਿਸ ਵੇਲੇ ਕਰੋੜੀਏ ਖੱਤਰੀ ਨੇ ਸੁਣਿਆ, ਵੇਖਿਆ, ਪੁੱਛਿਆ
पता लगा भी श्री गुरु नानक देव साहब महाराज जी की बाणी है। उन्हें ख्याल किया भी जिथे महाराज बैठे आ रावी के कंढे ते मेरी जमीन है। हंकारी सी बहुता, कहन लगा मैं जावांगा ते श्री नानक तपे नूं उत्थों उठा दियां। जिस वेले घोड़ी ते सवार हो करके जान लगा ते घोड़ी सीख पौड़ हो गई, भाव अगले पौड़ चुक ले उन्हें ते करोड़िया खतरी उत्तों डिग पिया घोड़ी तो, नाल ही पग लथ गई। जेड़े नाल दे संगी साथी सी उन्हें आख्या वेखो तुसी जान लगे सी इस तरह महाराज ते चढ़ के ते तुहाडी पग लथ गई है, इस करके तुहानू महाराज साहब ते इस तरह चढ़ के नहीं जाना चाहिए। कुछ दिन फिर रुक गया, फिर कहन लगा साथियों नूं कि चलो मेरे नाल, मैं जा करके उत्थों श्री नानक तपे नूं उठा देना। बाकी उहदे नौकर चाकर सी, उन्हां नूं नाल तुरना ही पैना सी। जिस वेले चलिया ते रस्ते विच आउंदिया जिसनों हट गया उहनूं साह संगत, राह विच आउंदिया ऐसा इतिहास विच लिखिया। जदों दिसनों हट गया नालदियां नूं कहंदा कि मैनूं तां दीदा कुछ नहीं। वो कहते असीं तां तैनूं कह रहे सी कि तूं हंकार विच आ करके महाराज ते चढ़ के ना जा। कहन लगा हुण मैनूं फड़ के लैके चलो उत्थे जिथे श्री नानक जी हाँ। फिर उन्होंने फड़ के लैके आए करोड़िए खतरी लाहौर वासी महाराज साहब के पास लिया ते गुरु साहब के चरनी पै के नमस्कार की ते माफ़ी मंगी कि महाराज मैं एवं ही हंकार दे विच आप जी उत्ते चढ़ के आया तो मैनूं तां दिसनों हट गया, किरपा करो तो मैनूं माफ़ी दे दिओ, मैनूं दिसन लग पवे। ते सतगुरु जी ने मेहर की दृष्टि की ते करोड़िए खतरी नूं फिर दिसन लगा साध संगत। जदों उहनूं दिसन लगा तो फिर बेनती करता है कि महाराज जिथे आप जी ने पड़ा लाया है, आप जी चौकड़ा ला के बैठे हो, जमीन मेरी है ते मैं आप जी नूं भेंट करना चाहता, ये मेरी भेंट आप जी प्रवान करो। फिर वो करोड़िए खतरी ने जमीन भेंट की, कहन लगा महाराज इत्थे नगर वसाओ, इत्थे धर्मशाला बनाओ। ते सतगुरु गरीब नवाज साहब ने उसकी बेनती प्रवान की, फिर नगर वसाया। नगर दे विच धर्मशाला बनाई। उस नगर का नाम रखिया करतार के नाम से श्री करतारपुर साहिब। उस करतारपुर साहिब नगरी दे विच महाराज साहब जी ने फिर लम्मा समा साध संगत जी जो बिरधावस्था दे विच सतगुरु गरीब नवाज साहब जी ने करतारपुर साहिब दे विच ही पड़ा रखिया। साडा इतिहास कहता है कि सतगुरु जी एक थां ते जे ज़्यादा समा रहे हैं तो करतारपुर साहिब की धरती है। उंज 3 नगर हैं ऐसे भागां वाले जिथे महाराज लम्मा समा रहे। सब तो पहला जिथे प्रकाश धारिया राय भोए की तलवंडी, श्री ननकाना साहिब की धरती। बचपन के 15 साल महाराज साहब जी राय भोए की तलवंडी नूं भाग लाया। भाई कान सिंह नाभा जी लिखते हैं कि 1541 विक्रमी संमत विच 15 साल की उम्र के विच महाराज सुल्तानपुर लोधी की धरती पर आ गए। भाईया जय राम जी ते बेबे नानकी जी के पास। फिर इत्थे महाराज साहब जी 15 साल की उम्र तो लैके लगातार 28 साल की शरीर कारबला तक रहे सुल्तानपुर लोधी की धरती पर। जो भाई कान सिंह नाभा जी की लिखत है उसके मुताबिक महाराज साहब जी 15 साल की उम्र च सुल्तानपुर लोधी की धरती पर आउंदे। 1542 विक्रमी संमत में जो 16 साल की आप जी की शरीर कारबला मोदी खाना संभालते। 1 साल होया सी मोदी खाना करदिया, 13 कह के जो गरीबां दीआं झोलियां भर रहे सन। ते 17 साल की शरीर कारबला विच आप जी वास्ते रिश्ता आउंदा है माता सुलखणी जी का। बाबा मूल चंद जी पटवारी, माता चंदो राणी जी उन्हां दे सपुत्री माता सुलखणी जी पखों के रंधावियां दे। बेबे नानकी जी भाईया जयराम जी वो रिश्ता प्रवान करते हैं। तो 1 साल बाद विआह का दिन बन्निया जाता। 1 साल बाद विआह होगा, आनंद कारज होगा।
1544 ਬਿਕਰਮੀ ਸੰਮਤ ਨੂੰ 18 ਸਾਲ ਦੀ ਸਰੀਰ ਕਾਰਬਲਾ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਾਬਾ ਜੀ ਦੀ ਬਰਾਤ ਚੜ੍ਹਦੀ ਹੈ, ਬਟਾਲੇ ਪਹੁੰਚਦੀ ਹੈ ਤੇ ਬਟਾਲੇ ਦੀ ਧਰਤੀ ਤੇ ਫਿਰ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ ਮਾਤਾ ਸੁਲੱਖਣੀ ਜੀ ਦੇ ਨਾਲ। ਵਿਆਹ ਤੋਂ 7 ਸਾਲ ਬਾਅਦ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਜਿੱਥੇ ਮਹਾਰਾਜ ਦਾ ਘਰ ਹੈ, ਗੁਰੂ ਜੀ ਦੀ ਰਿਹਾਇਸ਼ ਹੈ, ਵੱਡੇ ਸਾਹਿਬਜ਼ਾਦੇ ਪ੍ਰਗਟ ਹੁੰਦੇ ਆ। ਬਾਬਾ ਸ੍ਰੀ ਚੰਦ ਸਾਹਿਬ ਜੀ ਸਤਿਗੁਰੂ ਜੀ ਦੇ ਘਰ ਦੇ ਵਿੱਚ ਧੰਨ ਮਾਤਾ ਸੁਲੱਖਣੀ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 1551 ਬਿਕਰਮੀ ਸੰਮਤ ਦੇ ਵਿੱਚ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਆਗਮਨ ਹੁੰਦਾ। ਉਹਨਾਂ ਤੋਂ 2 ਸਾਲ ਬਾਅਦ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਛੋਟੇ ਸਾਹਿਬਜ਼ਾਦੇ ਆਪ ਜੀ ਦੇ ਪ੍ਰਗਟ ਹੁੰਦੇ ਹਨ। 1553 ਬਿਕਰਮੀ ਸੰਮਤ ਦੇ ਵਿੱਚ ਬਾਬਾ ਲਖਮੀ ਦਾਸ ਜੀ, ਉਹਦੇ ਤੋਂ 1 ਸਾਲ ਬਾਅਦ ਜਦੋਂ ਬਾਬਾ ਜੀ ਦੀ 28 ਸਾਲ ਦੀ ਸਰੀਰ ਕਾਰਬਲਾ ਸੀ, 1554 ਬਿਕਰਮੀ ਸੰਮਤ ਵਿੱਚ ਮੋਦੀ ਖਾਨਾ ਤਿਆਰ ਕੇ ਲੁਟਾ ਕੇ ਤੇ ਗਰੀਬ ਨਵਾਜ ਸਤਿਗੁਰੂ ਜੀ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਭਾਈ ਮਰਦਾਨਾ ਜੀ ਨੂੰ, ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ, ਭਾਈ ਮਰਦਾਨਾ ਜੀ ਨੂੰ ਉਸ ਮੌਕੇ ਇੱਥੋਂ ਨਾਲ ਲੈਂਦੇ ਆ। ਭਾਈ ਬਾਲਾ ਜੀ ਜੋ ਆਗਿਆ ਲੈ ਕੇ ਮੋਦੀ ਖਾਨੇ ਵਿੱਚੋਂ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਗਏ ਹੋਏ ਸਨ, ਉਹ ਏਮਣਾਬਾਦ ਦੀ ਧਰਤੀ ਤੇ ਆ ਕੇ ਭਾਈ ਲਾਲੋ ਜੀ ਦੇ ਘਰ ਵਿੱਚ ਮਹਾਰਾਜ ਨੂੰ ਮਿਲਦੇ। ਉੱਥੋਂ ਫਿਰ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਮਹਾਰਾਜ ਸਾਹਿਬ ਜੀ 4 ਚੱਕਾਂ ਦੇ ਵਿੱਚ ਵਿਚਰਦੇ, 9 ਖੰਡਾਂ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ। ਉਦਾਸੀਆਂ ਇੱਥੋਂ ਆਰੰਭ ਕੀਤੀਆਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਭਾਈ ਮਰਦਾਨਾ ਜੀ ਨੂੰ ਰਬਾਬ ਇੱਥੇ ਦਿੱਤੀ। ਮੂਲ ਮੰਤਰ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਇੱਥੋਂ ਹੀ ਗੁਰਦੁਆਰਾ ਬੇਰ ਸਾਹਿਬ ਵਾਲੇ ਸਥਾਨ ਤੋਂ, ਵੇਈਂ ਦੇ ਘਾਟ ਤੋਂ, ਜਿੱਥੇ ਰੋਜ਼ ਇਸ਼ਨਾਨ ਮਹਾਰਾਜ ਕਰਿਆ ਕਰਦੇ ਸਨ, ਇੱਥੋਂ ਪ੍ਰਵੇਸ਼ ਕੀਤਾ ਗਰੀਬ ਨਵਾਜ ਸਾਹਿਬ ਜੀ ਨੇ ਤੇ ਤੀਜੇ ਦਿਨ ਪ੍ਰਗਟ ਹੋਏ ਸਨ ਵੇਈਂ ਦੇ ਵਿੱਚੋਂ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਾਲੇ ਸਥਾਨ। ਸੰਗਤ ਦੇ ਪੁੱਛਣ ਤੋਂ ਦੱਸਿਆ ਸੀ ਕਿ ਅਸੀਂ ਸੱਚਖੰਡ ਗਏ ਸਾਂ, ਵਾਹਿਗੁਰੂ ਦੇ ਦਰਬਾਰ, ਨਿਰੰਕਾਰ ਦੇ ਦਰਬਾਰ ਵਿੱਚ ਗਏ ਸਾਂ ਤੇ ਪਰਮੇਸ਼ਰ ਵਾਹਿਗੁਰੂ ਜੀ ਨੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ। ਫਿਰ ਮੂਲ ਮੰਤਰ ਉੱਥੇ ਮਹਾਰਾਜ ਨੇ ਉਚਾਰਿਆ ਕਿ ਸੱਚਖੰਡ ਚੋਂ ਲੈ ਕੇ ਆਏ। ਔਰ ਇਸੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਮਹਾਰਾਜ ਨੇ ਉਦਾਸੀਆਂ ਆਰੰਭ ਕੀਤੀਆਂ। 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ 1554 ਬਿਕਰਮੀ ਸੰਮਤ ਨੂੰ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਰ ਧਰਤ ਲੁਕਾਈ। ਤੇ ਫਿਰ ਬਾਬੇ ਤਾਰੇ 4 ਜਗ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। 25 ਸਾਲ ਦਾ ਸਮਾਂ ਲਿਖਿਆ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ 4 ਉਦਾਸੀਆਂ ਦਾ। 25 ਸਾਲ ਮਹਾਰਾਜ ਸਾਹਿਬ ਜੀ ਨੇ ਇਹ 4 ਚੱਕਾਂ ਵਿੱਚ 9 ਖੰਡਾਂ ਦੀ ਪ੍ਰਿਥਵੀ ਤੇ ਸਭ ਪਾਸੇ ਗਰੀਬ ਨਵਾਜ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ, ਜੀਵਾਂ ਦੀ ਕਲਿਆਣ ਕੀਤੀ। ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਫਿਰ ਵਿਚਰਦੇ ਜੀਵਾਂ ਦੀ ਕਲਿਆਣ ਕਰਦੇ ਹੋਏ ਸੁਮੇਰ ਪਰਬਤ ਤੇ ਸਤਿਗੁਰੂ ਸਾਹਿਬ ਜੀ ਪਹੁੰਚੇ। ਜਦੋਂ ਸੁਮੇਰ ਪਰਬਤ ਤੇ ਮਹਾਰਾਜ ਸਾਹਿਬ ਜੀ ਜਾ ਰਹੇ ਸਨ ਨਾ ਤੇ 84 ਸਿੱਧ ਬੈਠੇ ਹੋਏ, ਗੋਰਖਨਾਥ, ਭੰਗਰਨਾਥ, ਝੰਗਰਨਾਥ, ਮੰਗਲਨਾਥ ਔਰ ਗੋਪੀ ਚੰਦ ਤੇ ਭਰਤਰੀ ਜੋਗੀ ਆਦਿਕ 84 ਗਿਣਤੀ ਸਿੱਧਾਂ ਦੀ। ਉਹ ਗੋਰਖਨਾਥ ਦੇ ਚੇਲੇ ਸਾਰੇ ਸੁਮੇਰ ਪਰਬਤ ਤੇ ਜਿਨ੍ਹਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹਨ ਉੱਥੇ ਬੈਠੇ। ਜਦੋਂ ਸਤਿਗੁਰੂ ਜੀ ਜਾ ਰਹੇ ਨਾ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੁਮੇਰ ਪਰਬਤ ਤੇ ਚੜ ਰਹੇ ਆ ਮਹਾਰਾਜ ਸਾਹਿਬ। ਪਹਿਲਾਂ ਗੋਰਖਨਾਥ ਨੇ ਆਪਣੇ ਜੋਗੀਆਂ ਨੂੰ ਭੇਜਿਆ, ਸਿੱਧਾ ਨਾਥਾਂ ਨੂੰ ਭੇਜਿਆ ਵੀ ਜਾਓ, ਜੋ ਇਹ ਸੁਮੇਰ ਪਰਬਤ ਤੇ ਆ ਰਹੇ ਨਾ ਉਹਨਾਂ ਨੂੰ ਜਾ ਕੇ ਰੋਕੋ, ਤੁਸੀਂ ਜਾ ਕੇ ਚਰਚਾ ਕਰੋ, ਆਪਣੀਆਂ ਕਰਾਮਾਤਾਂ ਦੇ ਨਾਲ ਉਹਨਾਂ ਨੂੰ ਰੋਕਣ ਦਾ ਯਤਨ ਕਰੋ, ਸੁਮੇਰ ਪਰਬਤ ਤੇ ਨਾ ਆ ਜਾਣ।
ਜੋਗੀਆਂ ਨੇ ਆ ਕਰਕੇ ਮਹਾਰਾਜ ਨੂੰ ਰੋਕਣ ਦਾ ਯਤਨ ਕੀਤਾ। ਆ ਕੇ ਹੇਠਾਂ ਆ ਕਰਕੇ ਵੀ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਗੋਸ਼ਟੀ ਕੀਤੀ। ਉਹ ਜਿੰਨੇ ਸਵਾਲ ਕਰਦੇ ਸੀ ਉਹਨਾਂ ਨੂੰ ਤਸੱਲੀ ਬਖਸ਼ ਉੱਤਰ ਮਿਲਿਆ ਮਹਾਰਾਜ ਸਾਹਿਬ ਜੀ ਵੱਲੋਂ। ਆਖਰ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰਕੇ ਉਹ ਵਾਪਸ ਗਏ। ਉਹਨਾਂ ਨੇ ਜਾ ਕੇ ਆਖਿਆ ਜੀ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ, ਅਸੀਂ ਵੇਖਿਆ ਹੈ ਗੁਰੂ ਜੀ, ਤੁਸੀਂ ਆਪ ਕੋਈ ਯਤਨ ਕਰੋ। ਗੋਰਖਨਾਥ ਨੂੰ ਆਖਿਆ ਤੇ ਗੋਰਖਨਾਥ ਆਪ ਵੀ ਆਉਂਦਾ, ਪਰ ਮਹਾਰਾਜ ਸਾਹਿਬ ਜੀ ਦੇ ਅੱਗੇ ਕੋਈ ਵਾਹ ਪੇਸ਼ ਨਹੀਂ ਗਈ। ਕਈ ਤਰ੍ਹਾਂ ਦੇ ਚਰਚਾ ਕੀਤੀ, ਆਪਣੀ ਸ਼ਕਤੀ ਵਰਤੀ। ਆਖਿਰਕਾਰ ਮਹਾਰਾਜ ਸਾਹਿਬ ਜੀ ਦੇ ਅੱਗੇ ਉਹਨਾਂ ਨੂੰ ਝੁਕਣਾ ਹੀ ਪਿਆ। ਸਾਧ ਸੰਗਤ, ਉਹਨਾਂ ਦੀ ਸ਼ਕਤੀ ਹੌਲੀ ਪੈ ਗਈ ਗੁਰੂ ਸਾਹਿਬ ਜੀ ਦੇ ਅੱਗੇ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਪਹੁੰਚ ਗਏ ਨਾ ਸਮੇਰ ਪਰਬਤ ਤੇ, ਉੱਥੇ ਫੇਰ ਉਹਨਾਂ ਨੇ ਜੋ ਸਵਾਲ ਜਵਾਬ ਕੀਤੇ, ਉਹ ਜਿਹੜੀ ਗੋਸ਼ਟੀ ਹੋਈ ਹੈ ਨਾ ਸਵਾਲ ਜਵਾਬ ਸਿੱਧਾਂ ਦੇ ਨਾਲ ਮਹਾਰਾਜ ਸਾਹਿਬ ਜੀ ਦੀ, ਉਹ ਇਸ ਪਵਿੱਤਰ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਅੰਕਿਤ ਕੀਤੀ ਹੈ। ਸਾਧ ਸੰਗਤ, ਸਿੱਧ ਗੋਸ਼ਟ ਬਾਣੀ ਦੇ ਅੰਦਰ ਜਿਹੜੀ ਸਮੇਰ ਪਹਾੜ ਦੇ ਉੱਤੇ ਮਹਾਰਾਜ ਸਾਹਿਬ ਜੀ ਦੀ ਗੋਸ਼ਟੀ ਹੋਈ ਹੈ ਸਿੱਧਾ ਨਾਥਾਂ ਜੋਗੀਆਂ ਦੇ ਨਾਲ, ਔਰ ਇਸੇ ਤਰ੍ਹਾਂ ਅਚਲ ਬਟਾਲੇ ਦੀ ਧਰਤੀ ਤੇ ਹੋਈ ਹੈ। ਇਹ ਬਾਣੀ ਫਿਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਬਾਬਾ ਬੁੱਢਾ ਸਾਹਿਬ ਜੀ ਦੇ ਅਤੇ ਬਾਬਾ ਲਹਿਣਾ ਜੀ ਦੇ ਬੇਨਤੀ ਕਰਨ ਤੋਂ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਮ ਹੈ ਬਾਬਾ ਲਹਿਣਾ ਜੀ। 1599 ਬਿਕਰਮੀ ਸੰਮਤ ਨੂੰ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਬਾਬਾ ਲਹਿਣਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਵਿੱਚ ਆ ਗਏ ਸਨ ਤੇ 7 ਸਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹੇ ਬਾਬਾ ਲਹਿਣਾ ਜੀ। 1599 ਤੋਂ ਲੈ ਕੇ 1596 ਬਿਕਰਮੀ ਸੰਮਤ ਤੱਕ। 1596 ਨੂੰ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਗੁਰਿਆਈ ਦਿੱਤੀ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦਾ, ਸਹਿ ਟਿੱਕਾ ਦਿੱਤੋ ਸਜੀਵਦਾ। 1596 ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪਣੇ ਸੇਵਕ ਨੂੰ, ਆਪਣੇ ਚੇਲੇ ਨੂੰ 5 ਪੈਸੇ ਲੈ ਕੇ, ਨਾਰੀਅਲ ਲੈ ਕੇ, ਪ੍ਰਕਰਮਾ ਕਰਕੇ ਤੇ ਮੱਥਾ ਟੇਕ ਦਿੱਤਾ। ਦੁਨੀਆ ਕਹਿੰਦੀ ਸੀ, ਸਿੱਖ ਸੰਗਤ ਕਹਿੰਦੀ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉਲਟੀ ਗੰਗਾ ਵਹਾ ਦਿੱਤੀ। ਅੱਜ ਤੀਕ ਚੇਲੇ ਗੁਰੂ ਨੂੰ ਨਮਸਕਾਰਾਂ ਕਰਦੇ ਸੀ, ਅੱਜ ਤੀਕ ਸਿੱਖੀ ਗੁਰੂ ਨੂੰ ਮੱਥਾ ਟੇਕਦੇ ਸੀ, ਅੱਜ ਗੁਰੂ ਨੇ ਆਪਣੇ ਚੇਲੇ ਅੱਗੇ ਸਿਰ ਝੁਕਾ ਦਿੱਤਾ। ਉਲਟੀ ਗੰਗ ਵਹਾਏ ਹੋਣ, ਦੁਨੀਆਈ ਆਖੈ ਕਿ ਕਿਉਂ। ਦੁਨੀਆ ਕਹਿੰਦੀ ਕੀ ਕਰ ਦਿੱਤਾ ਹੈ ਗੁਰੂ ਸਾਹਿਬ ਜੀ। ਵਿੱਚ ਕਰਤਾਰਪੁਰੇ ਜਗ ਰਾਈ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਬੜਾਈ, अपन कीन सच खंड बयाना, जोत रूप बिब धन पलटाना, ज्यों अधपत एक पोशिश तज कै, बैसै सभा दुधिए तन सज कै, त्यों खडूर महयान बिराजे, जिन सिमरन कल कल मल भाजे। ਤੇ ਜਿਸ ਵੇਲੇ ਬਾਬਾ ਲਹਿਣਾ ਜੀ ਸੇਵਾ ਦੇ ਵਿੱਚ ਹਾਜ਼ਰ ਸਨ ਨਾ ਸਾਧ ਸੰਗਤ, ਤੇ ਬਾਬਾ ਬੁੱਢਾ ਸਾਹਿਬ ਜੀ, ਜਿਸ ਬਾਬਾ ਬੁੱਢਾ ਸਾਹਿਬ ਜੀ ਨੂੰ 12 ਸਾਲ ਦੀ ਉਮਰ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ, ਕਾਕਾ ਤੇਰੀ ਉਮਰ ਤੇ ਛੋਟੀ ਹੈ, ਬਾਲਕਿਆ ਤੇਰੀ ਉਮਰ ਤੇ ਛੋਟੀ ਹੈ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਇਹ 1575 ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਬੱਚੇ ਦਾ ਨਾਂ ਸੀ ਬਾਲਕੇ ਦਾ ਬੂੜਾ, ਬਾਬਾ ਸੁਘਾ ਰੰਧਾਵਾ ਜੀ ਦੇ ਪੁੱਤਰ ਬਾਲਕ ਬੂੜਾ ਜੀ, ਤੇ ਬੱਚੇ ਬੂੜੇ ਨੂੰ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ। 12 ਸਾਲ ਦੀ ਉਮਰ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਉਸ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਬਾਬਾ ਲਹਿਣਾ ਜੀ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ
ਆਪ ਜੀ ਦਾ ਬਹੁਤ ਵਾਰੀ ਮੇਲ ਮਿਲਾਪ ਹੋਇਆ ਸਿੱਧਾ ਨਾਥਾਂ ਦੇ ਨਾਲ। ਸਮੇਰ ਪਰਬਤ ਤੇ ਵੀ, ਇਸੇ ਤਰ੍ਹਾਂ ਯੂਪੀ ਦੇ ਇਲਾਕੇ ਦੇ ਵਿੱਚ ਵੀ, ਜਿਸ ਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਸੀ, ਜੋ ਅੱਜ ਕੱਲ੍ਹ ਮਹਾਰਾਜ ਸਾਹਿਬ ਜੀ ਦਾ ਸਥਾਨ ਸ੍ਰੀ ਨਾਨਕ ਮਤਾ ਸਾਹਿਬ ਪ੍ਰਗਟ ਹੈ, ਪ੍ਰਸਿੱਧ ਹੈ। ਅਚਲ ਬਟਾਲੇ ਦੀ ਧਰਤੀ ਤੇ ਵੀ ਮਹਾਰਾਜ ਆਪ ਜੀ ਦਾ ਜੋਗੀਆਂ ਦੇ ਨਾਲ ਮਿਲਾਪ ਹੋਇਆ, ਤੇ ਜੋ ਮਹਾਰਾਜ ਜੋਗੀਆਂ ਨੇ ਸਵਾਲ ਕੀਤੇ ਤੇ ਆਪ ਜੀ ਨੇ ਉਹਨਾਂ ਨੂੰ ਜਵਾਬ ਦਿੱਤੇ। ਕਿਰਪਾ ਕਰਕੇ ਮਹਾਰਾਜ ਉਹ ਦੱਸੋ ਕੀ ਕੀ ਸਵਾਲ ਕਰਦੇ ਰਹੇ ਆ ਜੋਗੀ। ਉਸ ਮੌਕੇ ਤੇ ਫਿਰ ਬਾਬਾ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੋਂ ਮਹਾਰਾਜ ਸਾਹਿਬ ਜੀ ਨੇ ਇਹ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ, ਤੇ ਇਹਦੇ ਵਿੱਚ ਮਹਾਰਾਜ ਨੇ ਉਹਨਾਂ ਸਿੱਧਾਂ ਦਾ ਨਾਮ ਵੀ ਲਿਆ ਕਿ ਕਿਹੜੇ ਸਿੱਧ ਵੱਲੋਂ ਕਿਹੜਾ ਸਵਾਲ ਕੀਤਾ ਗਿਆ ਸੀ, ਉਹਦਾ ਅਸੀਂ ਕਿਹੜਾ ਉੱਤਰ ਦਿੱਤਾ, ਕਿਵੇਂ ਜਵਾਬ ਦਿੱਤਾ। ਇਹ ਸਿੱਧਾਂ ਦੇ ਸਵਾਲ ਵਾ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਜਵਾਬ। ਸਿੱਧਾਂ ਦੇ ਪ੍ਰਸ਼ਨ ਤੇ ਗੁਰੂ ਸਾਹਿਬ ਜੀ ਦੇ ਉੱਤਰ ਹਨ। ਤੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਹੈ ਸਾਧ ਸੰਗਤ ਜੀ। ਗੁਰੂ ਸਾਹਿਬਾਨ ਨੇ ਬਹੁਤੀ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ। ਰਾਗਾਂ ਦੇ ਵਿੱਚ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਰਾਗ ਨਾਦ ਸ਼ਬਦ ਸੋਹਣੇ। ਪਹਿਲਾ ਸ੍ਰੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਅੰਦਰ, ਤੇ ਅਖੀਰਲਾ ਜੈਜਾਵੰਤੀ ਰਾਗ 31ਵਾਂ। ਇਹ ਸਾਰੇ 31 ਰਾਗ ਰਾਗਣੀਆਂ ਹਨ। ਸ੍ਰੀ ਰਾਗ ਤੋਂ ਜੈਜਾਵੰਤੀ ਤੀਕ ਵੇਖੀਏ ਤਾਂ ਦਰਸ਼ਨ ਕਰੀਏ ਤਾਂ ਇਹਨਾਂ ਰਾਗਾਂ ਤੇ ਰਾਗਣੀਆਂ ਵਿੱਚ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ। ਸ੍ਰੀ ਰਾਗ ਮਾਝ ਗੌੜੀ ਆਸਾ ਗੂਜਰੀ ਦੇਵਗੰਧਾਰੀ ਬਿਹਾਗੜਾ ਵਡਹੰਸ ਸੋਰਠ ਧਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕੇਦਾਰਾ ਭੈਰਵ ਬਸੰਤ ਸਾਰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਅਤੇ ਜੈਜਾਵੰਤੀ। ਇਹ 31 ਰਾਗ ਰਾਗਣੀਆਂ। ਜੋ ਰਾਮਕਲੀ ਰਾਗ ਹੈ ਇਸ ਦਾ 18ਵਾਂ ਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ। ਇਹ ਗੁਰੂ ਸਾਹਿਬ ਜੀ ਦੀ ਮੌਜ ਹੈ ਸਾਧ ਸੰਗਤ ਜੀ। ਬੇਅੰਤ ਬਾਣੀ ਸਤਿਗੁਰੂ ਜੀ ਨੇ ਰਾਗਾਂ ਰਾਗਣੀਆਂ ਵਿੱਚ ਉਚਾਰਨ ਕੀਤੀ ਹੈ, ਤੇ ਕੁਝ ਬਾਣੀ ਸਤਿਗੁਰੂ ਜੀ ਨੇ ਰਾਗਾਂ ਤੋਂ ਅਲੱਗਾ ਵੀ ਉਚਾਰਨ ਕੀਤੀ, ਜਿਵੇਂ ਸਹਿਸਕ੍ਰਿਤੀ ਸ਼ਲੋਕ ਹੋਏ, ਜਿਵੇਂ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਉੱਥੇ ਨਾ ਮਹੱਲਾ ਹੀ ਦਿੱਤਾ ਮਹਾਰਾਜ ਨੇ ਆਰੰਭ ਵਿੱਚ, ਤੇ ਨਾ ਕਿਸੇ ਰਾਗ ਦਾ ਹੀ ਕੋਈ ਜ਼ਿਕਰ ਕੀਤਾ ਹੈ। ਉਂਝ ਕਈ ਗੁਰਮੁਖ ਇਹ ਵਿਚਾਰ ਦਿੰਦੇ ਹਨ ਵੀ ਸੋਦਰ ਦੀ ਪੌੜੀ ਆਉਂਦੀ ਹੈ ਜਪਜੀ ਸਾਹਿਬ ਦੇ ਵਿੱਚ 27ਵੀਂ ਪੌੜੀ, ਤੇ ਉਹ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਆਉਂਦੀ ਹੈ ਪੌੜੀ, ਕੁਝ ਲਗਾ ਮਾਤਰਾ ਦੇ ਫਰਕ ਨਾਲ। ਤੇ ਆਸਾ ਰਾਗ ਦੀ ਜਿੱਥੇ ਰੰਭਤਾ ਹੁੰਦੀ ਹੈ ਉਹ ਪਹਿਲਾ ਸ਼ਬਦ ਵੀ ਸੋਦਰ ਦਾ ਹੈ। ਇਸ ਕਰਕੇ ਕੁਝ ਗੁਰਮੁਖ ਇਹ ਵਿਚਾਰ ਦਿੰਦੇ ਆ ਵੀ ਜਪਜੀ ਸਾਹਿਬ ਆਸਾ ਰਾਗ ਦੇ ਵਿੱਚ ਹੈ। ਐਸੀ ਕਈਆਂ ਦੀ ਵਿਚਾਰ ਹੈ ਉਹਨਾਂ ਗੁਰਮੁਖਾਂ ਦੀ। ਉਹ ਇਸ ਕਰਕੇ ਵਿਚਾਰ ਦਿੰਦੇ ਆ ਕਿ ਸੋਦਰ ਦੀ ਜਿਹੜੀ ਪੌੜੀ ਹੈ, ਸੋਦਰ ਦਾ ਸ਼ਬਦ ਜੋ ਰਹਿਰਾ ਸਾਹਿਬ ਦੇ ਵਿੱਚ ਆਉਂਦਾ ਉਹ ਆਸਾ ਰਾਗ ਦਾ। ਉਂਝ ਜਪਜੀ ਸਾਹਿਬ ਦੇ ਆਰੰਭ ਵਿੱਚ ਕੋਈ ਰਾਗ ਦਾ ਜ਼ਿਕਰ ਨਹੀਂ ਮਹਾਰਾਜ ਨੇ ਕੀਤਾ, ਨਾ ਮਹੱਲੇ ਦਾ ਹੀ ਜ਼ਿਕਰ ਕੀਤਾ। ਪਰ ਹਰ ਇੱਕ ਗੁਰਸਿੱਖ ਨੂੰ ਇਹ ਭਲੀ ਪ੍ਰਕਾਰ ਜਾਣਕਾਰੀ ਹੈ ਕਿ ਜਪਜੀ ਸਾਹਿਬ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ, ਪਤਾ ਨਾ ਹਰ ਇੱਕ ਨੂੰ ਵੀ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਤੇ ਮੌਜ ਆ ਮਹਾਰਾਜ ਸਾਹਿਬ ਜੀ ਦੇ, ਭਾਵੇਂ ਮਹੱਲਾ ਦੇਣ ਭਾਵੇਂ ਨਾ ਦੇਣ, ਭਾਵੇਂ ਰਾਗ ਮਹਾਰਾਜ ਸਾਹਿਬ ਜੀ ਰਾਗ ਦਾ ਜ਼ਿਕਰ ਕਰਨ ਭਾਵੇਂ ਨਾ ਕਰਨ, ਭਾਵੇਂ ਰਾਗ ਵਿੱਚ ਬਾਣੀ ਉਚਾਰਨ ਭਾਵੇਂ ਰਾਗ ਮੁਕਤ ਬਾਣੀ ਉਚਾਰਨ। ਇਸ ਕਰਕੇ ਆਪਣੇ ਮੌਜ ਦੇ ਆਪ ਮਾਲਕ ਹਨ ਸਤਿਗੁਰੂ ਜੀ।
ਗਰੀਬ ਨਵਾਜ਼ ਸੱਚੇ ਪਾਤਸ਼ਾਹ। ਤਾਂ ਕੁਝ ਬਾਣੀ ਰਾਗਾਂ ਤੋਂ ਇਲਾਵਾ ਵੀ ਮਹਾਰਾਜ ਸਾਹਿਬ ਨੇ ਉਚਾਰਨ ਕੀਤੀ ਹੈ, ਕੁਝ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਰਾਮਕਲੀ ਮਹੱਲਾ ਪਹਿਲਾ, ਰਾਮਕਲੀ ਰਾਗ ਹੈ ਤੇ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ ਸਿੱਧ ਗੋਸ਼ਟ। ਇਸ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ। ਇਹ ਸਿੱਧਾਂ ਦੇ ਨਾਲ ਜਿਹੜੀ ਗੋਸ਼ਟ ਹੋਈ, ਗੋਸ਼ਟ ਮੈਨੇ ਜੋ ਵਿਚਾਰ ਹੋਏ, ਜੋ ਚਰਚਾ ਹੋਈ, ਸਿੱਧਾਂ ਵੱਲੋਂ ਜੋ ਸਵਾਲ ਹੋਏ, ਉਹਨਾਂ ਦਾ ਜੋ ਸਤਿਗੁਰੂ ਜੀ ਨੇ ਜਵਾਬ ਦਿੱਤਾ। ਗੋ ਨਾਮ ਬਾਣੀ ਦਾ ਵੀ ਹੁੰਦਾ ਹੈ ਤੇ ਇਸ਼ਟ ਨਾਮ ਪਿਆਰੇ ਦਾ, ਪਿਆਰੀ ਦਾ। ਜੋ ਪਿਆਰੇ ਬਚਨਾਂ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਹਿਸਾਸ ਹੋਏ, ਕਿਉਂਕਿ ਸਤਿਗੁਰੂ ਹਰ ਵੇਲੇ ਮਿੱਠਾ ਪਿਆਰਾ ਹੀ ਬੋਲਦੇ ਆ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਗਰੀਬ ਨਵਾਜ਼ ਸਾਹਿਬ ਜੀ ਪਹੁੰਚ ਗਏ ਨਾ ਸਮੇਰ ਪਰਬਤ ਦੇ ਉੱਤੇ, ਤੇ ਚਰਚਾ ਤੋਂ ਪਹਿਲਾਂ, ਗੋਸ਼ਟ ਤੋਂ ਪਹਿਲਾਂ, ਵਿਚਾਰ ਤੋਂ ਪਹਿਲਾਂ ਸਿੱਧਾਂ ਨੇ ਖਿਆਲ ਕੀਤਾ ਵੀ ਆਪਾਂ ਪਹਿਲਾਂ ਗੱਲਬਾਤ ਕਰੀਏ ਤੇ ਗੱਲਬਾਤ ਤੋਂ ਬਾਅਦ ਕੁਝ ਕਰਾਮਾਤ ਵਿਖਾਈਏ। ਪਹਿਲਾਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਮਹਾਰਾਜ ਸਾਹਿਬ ਜੀ ਦੇ ਨਾਲ। ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਵਿਸਥਾਰ ਦੇ ਨਾਲ ਆਪਣੀ ਬਾਣੀ ਵਿੱਚ ਉਹ ਸਾਰਾ ਜ਼ਿਕਰ ਕੀਤਾ। ਜਦੋਂ ਮਹਾਰਾਜ ਪਹੁੰਚੇ ਨਾ ਸਮੇਰ ਪਰਬਤ ਤੇ, ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਸਿੱਧ ਗੋਰਖਾਦ ਮਾਣੇ ਅੰਦਰ ਗਣਤੀ ਵਰਤਾਈ। ਜਦੋਂ ਬਾਬਾ ਜੀ ਜਾ ਕੇ ਪਹੁੰਚ ਗਏ ਨਾ ਸਮੇਰ ਪਰਬਤ ਦੇ ਉੱਤੇ ਤੇ ਵੇਖਿਆ ਤੇ ਸਿੱਧਾਂ ਦੀ ਮੰਡਲੀ ਦ੍ਰਿਸ਼ਟੀ ਆਈ, ਸਿੱਧ ਬੈਠੇ ਹੋਏ। ਉਹ ਮਹਾਰਾਜ ਸਾਹਿਬ ਜੀ ਨੂੰ ਵੇਖ ਕਰਕੇ ਪਹਿਲਾਂ ਤੇ ਉਹਨਾਂ ਨੇ ਰੋਕਣ ਦਾ ਥੱਲੇ ਯਤਨ ਕੀਤਾ ਸੀ, ਰੋਕ ਨਾ ਸਕੇ ਗੁਰੂ ਸਾਹਿਬ ਜੀ ਨੂੰ। ਫਿਰ ਹੈਰਾਨ ਵੀ ਹੋਏ ਵੀ ਇਹ ਕਿਵੇਂ ਇੱਥੇ ਆ ਗਏ। ਫਿਰ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਕੀਤੀ ਕਿ ਤੁਸੀਂ ਇੱਥੇ ਕਿਵੇਂ ਪਹੁੰਚੇ ਹੋ? ਅਸੀਂ ਤਾਂ ਸਿੱਧ ਲੋਕ ਹਾਂ, ਸਾਡੇ ਕੋਲੇ ਤੇ ਰਿੱਧੀਆਂ ਸਿੱਧੀਆਂ, ਅਸੀਂ ਤੇ ਸਿੱਧੀਆਂ ਦੇ ਬਲ ਦੇ ਨਾਲ ਆ ਜਾਂਦੇ ਹਾਂ, ਉੱਚੇ ਉੱਚੇ ਪਹਾੜਾਂ ਤੇ ਚੜ੍ਹ ਜਾਂਦੇ, ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਆਪਣੀ ਤਾਕਤ ਨਾਲ। ਤੁਸੀਂ ਕਿਵੇਂ ਆਏ ਹੋ ਇਸ ਪਹਾੜ ਦੇ ਉੱਤੇ? ਨਾਲੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਬਾਲਕਾ ਆਖਿਆ, ਬਾਲਿਆ ਆਖਿਆ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ? ਭਾਈ ਗੁਰਦਾਸ ਸਾਹਿਬ ਜੀ ਲਿਖਦੇ। ਉਹ ਮਹਾਰਾਜ ਨੂੰ ਬਾਲਿਆ ਭਲਾ ਕਿਉਂ ਕਹਿੰਦੇ ਸੀ, ਬਾਲਕਾ ਕਿਉਂ ਕਹਿੰਦੇ ਸੀ? ਕਿਉਂਕਿ ਆਪ ਉਹ ਸੈਂਕੜੇ ਸਾਲ ਉਹਨਾਂ ਦੀ ਉਮਰ ਸੀ। ਜਿਹੜਾ ਭਰਤਰੀ ਸੀ ਨਾ, ਭਰਤਰੀ ਜੋਗੀ, ਇਹ ਰਾਜੇ ਬਿਕਰਮਾਜੀਤ ਦਾ ਛੋਟਾ ਭਰਾ ਹੈ ਸਾਧ ਸੰਗਤ। ਤੇ ਜੋਗੀ ਭਰਤਰੀ ਦੀ ਲਗਭਗ 1500 ਸਾਲ ਉਮਰ ਸੀ ਉਸ ਮੌਕੇ ਤੇ। 1500 ਸਾਲ ਦੇ ਲਗਭਗ ਉਮਰ ਸੀਗੀ ਭਰਤਰੀ ਜੋਗੀ ਦੀ, ਜਿਸ ਵੇਲੇ ਮਹਾਰਾਜ ਸਮੇਰ ਪਰਬਤ ਤੇ ਪਹੁੰਚੇ। ਯੋਗਾ ਅਭਿਆਸ ਕਰਨ ਵਾਲੇ ਸਵਾਸਾਂ ਨੂੰ ਰੋਕ ਕੇ ਰੱਖਦੇ ਸੀ, ਕਿਉਂਕਿ ਸਵਾਸਾਂ ਦੇ ਨਾਲ ਹੀ ਸਾਡਾ ਸਰੀਰ ਚੱਲਦਾ ਹੈ, ਪ੍ਰਾਣਾਂ ਦੇ ਨਾਲ। ਤੇ ਪ੍ਰਾਣਾ ਜਾਮ ਕਰਨ ਵਾਲੇ ਯੋਗੀ ਲੋਕ ਪ੍ਰਾਣਾਂ ਨੂੰ ਜਾਮ ਕਰ ਦਿੰਦੇ। ਜਾਮ ਪਤਾ ਕਿਹਨੂੰ ਕਹਿੰਦੇ? ਰੋਕਣ ਨੂੰ। ਜੋ ਆਪਾਂ ਕਹਿੰਦੇ ਨਾ ਫਲਾਣਾ ਚੀਜ਼ ਜਾਮ ਹੋ ਗਈ, ਜਿਵੇਂ ਮੋਟਰਸਾਈਕਲ ਤੇ ਜਾਈਏ ਤੇ ਕਹਿੰਦੇ ਚੱਕਾ ਜਾਮ ਹੀ ਹੋ ਗਿਆ, ਜਾਂ ਕਹਿੰਦੇ ਵੀ ਜਾਮ ਬੜਾ ਲੱਗਾ ਸੜਕ ਦੇ ਉੱਤੇ, ਜਿੱਥੇ ਗੱਡੀਆਂ ਬਹੁਤੀਆਂ ਖਲੋ ਜਾਣ ਤੇ ਆਖੀਦਾ ਨਾ ਵੀ ਜਾਮ ਲੱਗ ਗਿਆ ਜੀ, ਜਾਮ ਬੜਾ ਲੱਗਾ ਹੋਇਆ, ਵੀ ਸਾਰੇ ਖਲੋ ਗਏ। ਪ੍ਰਾਣਾਂ ਦੀ ਇੱਕ ਕਿਰਿਆ, ਪ੍ਰਾਣਾਂ ਨੂੰ ਰੋਕਣ ਨੂੰ ਕਹਿੰਦੇ ਪ੍ਰਾਣਾ ਜਾਮ। ਪ੍ਰਾਣਾ ਜਾਮ, ਸਵਾਸਾਂ ਨੂੰ ਚੜਾਉਣਾ, ਸਵਾਸਾਂ ਨੂੰ ਰੋਕਣਾ, ਯੋਗਾ ਅਭਿਆਸੀ ਲੋਕ ਇਹ ਕਰਦੇ ਕਿਰਿਆ। ਤੇ ਪ੍ਰਾਣਾਯਾਮ ਕਰਕੇ ਉਹ ਸਵਾਸਾਂ ਨੂੰ ਰੋਕਦੇ ਸਨ। ਕਿੰਨੇ ਕਿੰਨੇ ਸਾਲ ਜਿਹੜੇ ਆ ਇਸ ਤਰੀਕੇ ਦੇ ਨਾਲ ਸਵਾਸਾਂ ਨੂੰ ਰੋਕ ਕੇ ਰੱਖਣਾ, ਤਾਂ ਕਰਕੇ ਉਹ ਵੱਡੀਆਂ ਉਮਰਾਂ ਹੋਈਆਂ ਜੋਗੀਆਂ ਦੀਆਂ। ਬਿਕਰਮਾਜੀਤ ਜਿਹੜਾ ਰਾਜਾ ਵਾ, ਉਹਦੇ ਜਨਮ ਤੋਂ ਸੰਮਤ ਚੱਲਿਆ
ਉੱਥੋਂ ਹੀ ਆਪਾਂ ਹਿਸਾਬ ਕਿਤਾਬ ਲਾ ਸਕਦੇ ਹਾਂ। ਭਰਥਰੀ ਰਾਜੇ ਦਾ ਵੱਡਾ ਭਰਾ ਸੀਗਾ ਬਿਕਰਮਾਜੀਤ ਰਾਜਾ, ਤੇ ਧਰਮੀ ਰਾਜਾ ਸੀ। ਜਿਹੜੇ ਸੰਮਤ ਚੱਲਦੇ ਆ, ਕਿਸੇ ਵੀ ਰਾਜੇ ਤੋਂ, ਕਿਸੇ ਮਹਾਂਪੁਰਖ ਤੋਂ, ਕਿਸੇ ਅਵਤਾਰੀ ਪੁਰਸ਼ ਦੇ ਜਨਮ ਤੋਂ ਸਾਧ ਸੰਗਤ ਜੀ ਇਹ ਸੰਮਤ ਚਲਾਏ ਜਾਂਦੇ ਆ। ਜੋ ਬਿਕਰਮੀ ਸੰਮਤ ਆ ਰਾਜੇ ਬਿਕਰਮਾਜੀਤ ਦੇ ਜਨਮ ਤੋਂ ਆਰੰਭ ਹੋਇਆ, ਤੇ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਬਿਕਰਮੀ ਸੰਮਤ 1526 ਸੀ। 1526 ਇਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਉਸ ਮੌਕੇ ਤੇ 1526 ਸਾਲ ਹੋ ਚੁੱਕੇ ਸੀ ਪਹਿਲਾਂ ਰਾਜੇ ਬਿਕਰਮਾਜੀਤ। ਉਹਦਾ ਛੋਟਾ ਭਰਾ ਭਰਥਰੀ, ਜਿੱਥੇ ਰਾਜੇ ਬਿਕਰਮਾਜੀਤ ਨੇ ਵੀ ਰਾਜ ਕੀਤਾ, ਉਹ ਧਰਮੀ ਰਾਜਾ ਹੋਇਆ, ਉਹਦੇ ਨਾਂ ਤੇ ਸੰਮਤ ਚੱਲਿਆ। ਉਹਦਾ ਛੋਟਾ ਭਰਾ ਸੀ ਇਹ ਭਰਥਰੀ ਰਾਜਾ, ਔਰ ਇਹਨੇ ਇੰਦੌਰ ਦੇ ਇਲਾਕੇ ਦੇ ਵਿੱਚ ਰਾਜ ਕੀਤਾ। ਇਹਦੇ ਮਨ ਵਿੱਚ ਵੈਰਾਗ ਹੋਇਆ ਰਾਣੀ ਦੀ ਕੁਝ ਇਸ ਤਰ੍ਹਾਂ ਦੀ ਕਿਰਿਆ ਵੇਖ ਕੇ। ਰਾਣੀ ਦੇ ਨਾਲ, ਜਿਸ ਦੇ ਨਾਲ ਬਹੁਤਾ ਘਰ ਵਾਲੀ ਸੀ, ਉਹਦੀ ਰਾਣੀ ਸੀ, ਪ੍ਰੇਮ ਪਿਆਰ, ਤੇ ਉਹ ਕੁਝ ਫਲ ਇਸ ਤਰ੍ਹਾਂ ਦਾ ਮਿਲਿਆ ਸੀ, ਅਮਰ ਫਲ, ਉਹ ਇਹਨੇ ਰਾਣੀ ਨੂੰ ਦਿੱਤਾ। ਰਾਣੀ ਦਾ ਕਿ ਸੰਬੰਧ ਕਿਸੇ ਮੁਹਾਵਤ ਨਾਲ ਸੀ, ਹਾਥੀ ਸਾਂਭਣ ਵਾਲੇ ਨਾਲ, ਉਹਨੇ ਉਹਨੂੰ ਦੇ ਦਿੱਤਾ। ਉਹ ਮੁਹਾਵਤ ਨੇ ਅੱਗੇ ਵੇਸਵਾ ਨੂੰ ਦੇ ਦਿੱਤਾ। ਵੇਸਵਾ ਤੋਂ ਫਿਰ ਘੁੰਮ ਕੇ ਰਾਜੇ ਭਰਥਰੀ ਕੋਲੇ ਆ ਗਿਆ। ਉਹਨੇ ਪੁੱਛ ਪੜਤਾਲ ਕੀਤੀ ਵੀ ਤੈਨੂੰ ਕਿਹਨੇ ਦਿੱਤਾ? ਉਹਨੇ ਆਖਿਆ ਮੈਨੂੰ ਮੁਹਾਵਤ ਨੇ ਦਿੱਤਾ। ਮੁਹਾਵਤ ਨੂੰ ਪੁੱਛਿਆ ਤੈਨੂੰ ਕਿਹਨੇ ਦਿੱਤਾ? ਉਹਨੇ ਕਿਹਾ ਤੇਰੀ ਰਾਣੀ ਨੇ ਦਿੱਤਾ। ਉਹਨੇ ਕਿਹਾ ਜਿਹਦੇ ਨਾਲ ਮੈਂ ਇੰਨਾ ਪ੍ਰੇਮ ਪਿਆਰ ਰੱਖਦਾ ਹੋਊਗਾ। ਉਤੋਂ ਫਿਰ ਕਾਰਨ ਵੈਰਾਗ ਹੋਇਆ ਭਰਥਰੀ ਨੂੰ। ਉਹਨੇ ਕਿਹਾ ਕਿ ਇਹ ਸੰਸਾਰ ਦੇ ਵਿੱਚ ਸੁੱਖ ਨਹੀਂ ਹੈ, ਕਿ ਇਹ ਰਾਜ ਭਾਗ ਛੱਡ ਕੇ ਹੁਣ ਮੈਂ ਉਸ ਸੁੱਖ ਦੀ ਭਾਲ ਕਰਨੀ। ਫਿਰ ਗੋਰਖਨਾਥ ਦਾ ਚੇਲਾ ਬਣ ਗਿਆ ਸੀ ਭਰਥਰੀ, ਰਾਜ ਭਾਗ ਛੱਡ ਕੇ। ਫਿਰ ਗੋਰਖਨਾਥ ਨੇ ਉਹਨੂੰ ਯੋਗਾ ਅਭਿਆਸ ਸਿਖਾਇਆ। ਤੋ ਇਸ ਤਰੀਕੇ ਦੇ ਨਾਲ ਫਿਰ ਯੋਗਾ ਅਭਿਆਸ ਕਰਦਿਆਂ ਵੱਡੀ ਉਮਰ ਵਾਲਾ ਹੋਇਆ ਭਰਥਰੀ ਰਾਜਾ। ਜਦੋਂ ਮਹਾਰਾਜ ਸਮੇਰ ਪਰਬਤ ਤੇ ਪਹੁੰਚੇ ਆ, ਉਸ ਮੌਕੇ ਤੇ ਭਰਥਰੀ ਵੀ ਉੱਥੇ ਸੀ। ਹੋਰ ਵੀ ਕਈਆਂ ਥਾਵਾਂ ਤੇ ਇਹਦੇ ਨਾਲ ਮੇਲ ਮਿਲਾਪ ਹੋਇਆ। ਮਹਾਰਾਜ ਦੇ ਇਤਿਹਾਸ ਵਿੱਚ ਸਾਰਾ ਜ਼ਿਕਰ ਆਉਂਦਾ। ਗੁਰੂ ਸਾਹਿਬ ਨੇ ਭਰਥਰੀ ਨੂੰ ਵੀ ਉਪਦੇਸ਼ ਦਿੱਤਾ, ਤੇ ਨਾਮ ਲੈ ਕਰਕੇ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਉਪਦੇਸ਼ ਦਿੱਤਾ। ਆਸਾ ਰਾਗ ਵਿੱਚ ਸ਼ਬਦ ਆਉਂਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਜਿਸ ਵਿੱਚ ਭਰਥਰੀ ਦਾ ਜ਼ਿਕਰ ਆਉਂਦਾ। ਪਹਿਲਾਂ ਰਾਜਾ ਸੀ, ਫਿਰ ਜੋਗੀ ਬਣਿਆ, ਫਿਰ ਮਹਾਰਾਜ ਸਾਹਿਬ ਜੀ ਤੋਂ ਇਹਨੇ ਉਪਦੇਸ਼ ਪ੍ਰਾਪਤ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਵਾਜ ਕੀਤਾ। ਇਸ ਕਰਕੇ ਵੱਡੀਆਂ ਉਮਰਾਂ ਵਾਲੇ ਸੀ ਇਹ ਸਾਰੇ ਹੀ ਸਿੱਧ ਜਿਹੜੇ ਹਨ। ਪ੍ਰਾਣਾਂ ਨੂੰ ਰੋਕ ਕਰਕੇ, ਪ੍ਰਾਣਾਯਾਮ ਦੀ ਕਿਰਿਆ ਕਰਕੇ, ਯੋਗਾ ਅਭਿਆਸ ਕਰਕੇ, ਸਵਾਸਾਂ ਨੂੰ ਰੋਕ ਕੇ ਉਮਰਾਂ ਵਧਾਈਆਂ ਹੋਈਆਂ ਸੀ, ਜਪ ਤਪ ਕੀਤਾ। ਤੇ ਆਮ ਮਾਮੂਲੀ ਲੋਕ ਨਹੀਂ ਸਨ, ਸਧਾਰਨ ਲੋਕ ਨਹੀਂ ਸੀ ਇਹ, ਤਪਸਵੀ ਲੋਕ ਸੀ, ਤੇ ਬਹੁਤ ਜ਼ਿਆਦਾ ਇਹਨਾਂ ਨੇ ਸਾਧਨਾ ਸਾਧੀ ਹੋਈ ਸੀ। ਬਹੁਤ ਰਿੱਧੀਆਂ ਸਿੱਧੀਆਂ ਤੇ ਸ਼ਕਤੀਆਂ ਸਨ ਇਹਨਾਂ ਸਿੱਧਾਂ ਨਾਥਾਂ ਦੇ ਕੋਲ। ਬਹੁਤ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ, ਬਹੁਤ ਕਰਾਮਾਤਾਂ ਸੀ ਇਹਨਾਂ ਪਾਸ। ਤੇ ਫਿਰ ਇਹਨਾਂ ਨੇ ਸਵਾਲ ਮਹਾਰਾਜ ਸਾਹਿਬ ਜੀ ਦੇ ਨਾਲ ਕੀਤੇ, ਤੇ ਸਵਾਲ ਤੋਂ ਇਨਸਾਨ ਦਾ ਪਤਾ ਲੱਗਦਾ ਵਾ ਵੀ ਉਹ ਕਿਸ ਤਰ੍ਹਾਂ ਦਾ। ਜਦੋਂ ਬੰਦਾ ਸਵਾਲ ਕਰਦਾ ਨਾ, ਸਵਾਲ ਉਹਦਾ ਕਿਸ ਦਰਜੇ ਦਾ ਹੈ, ਕਿਸ ਤਰ੍ਹਾਂ ਦਾ ਹੈ, ਸਵਾਲ ਤੋਂ ਹੀ ਪਤਾ ਲੱਗਦਾ ਵੀ ਮਨੁੱਖ ਦੀ ਭਾਵਨਾ ਕਿਸ ਤਰ੍ਹਾਂ ਦੀ ਹੈ, ਉਹਦਾ ਕਿਸ ਤਰ੍ਹਾਂ ਦਾ ਜੀਵਨ ਹੈ। ਸਵਾਲ ਜਿਸ ਵੇਲੇ ਕੀਤਾ ਜਾਂਦਾ, ਸਵਾਲ ਅਨੇਕ ਤਰ੍ਹਾਂ ਦੇ ਹੁੰਦੇ ਆ ਸਾਧ ਸੰਗਤ। ਸਵਾਲ ਅਰਥ ਦੇ ਸੰਬੰਧ ਵਿੱਚ ਵੀ ਹੈ, ਸਵਾਲ ਧਰਮ ਦੇ ਸੰਬੰਧ ਵਿੱਚ ਵੀ ਹੈ, ਸਵਾਲ ਆਪਣੇ ਤਨ ਦੇ ਸੰਬੰਧ ਦੇ ਵਿੱਚ ਵੀ ਕੀਤਾ ਜਾਂਦਾ, ਤੇ ਸਵਾਲ ਇਸੇ ਤਰ੍ਹਾਂ ਧਰਮ ਦੇ ਸੰਬੰਧ ਦੇ ਵਿੱਚ ਵੀ ਕੀਤਾ ਜਾਂਦਾ। ਕੋਈ ਸਮਾਜ ਦਾ ਸਵਾਲ ਕਰਦਾ ਹੈ, ਕੋਈ ਆਪਣੇ ਤਨ ਦੇ ਸੰਬੰਧ ਵਿੱਚ ਸਵਾਲ ਕਰਦਾ ਹੈ, ਕੋਈ ਮਨ ਦੇ ਸੰਬੰਧ ਵਿੱਚ ਸਵਾਲ ਕਰਦਾ ਹੈ, ਤੇ ਕਈ ਲੋਕ ਉਂਝ ਸਵਾਦ ਲੈਣ ਵਾਸਤੇ ਹੀ ਸਵਾਲ ਕਰਦੇ। ਸਵਾਲ ਅਸਲ ਵਿੱਚ ਉਹ ਹੁੰਦਾ ਜਿਹੜਾ ਆਪਣੇ ਅੰਦਰੋਂ ਪੈਦਾ ਹੋਵੇ, ਆਪਣੇ ਅੰਦਰੋਂ ਗਹਿਰੇ ਤਲ ਚੋਂ ਪੈਦਾ ਹੋਵੇ।
ਉਹ ਸਵਾਲ ਕਿ ਅੰਦਰ ਜਿਹੜੀ ਹੈ ਆਸਾ ਜਗਿਆਸਾ ਪੈਦਾ ਹੋਵੇ ਕੁਝ ਪੁੱਛਣ ਦੀ, ਕੁਝ ਪ੍ਰਾਪਤ ਕਰਨ ਦੀ, ਉਹਨੂੰ ਸਵਾਲ ਆਖਿਆ ਜਾਂਦਾ। ਕੁਝ ਸੰਸਾਰ ਸੁਣੇ ਸੁਣਾਏ ਵੀ ਸਵਾਲ ਕਰਦਾ। ਕਈਆਂ ਦਾ ਆਪਣਾ ਸਵਾਲ ਹੀ ਨਹੀਂ ਹੁੰਦਾ, ਉਹਨਾਂ ਕਿਸੇ ਤੋਂ ਸੁਣ ਲਿਆ, ਕਿਸੇ ਤੋਂ ਪੁੱਛ ਲਿਆ, ਉਹਦੇ ਵਿੱਚ ਸਿਰਫ ਮਨੋਰੰਜਨ ਕਰਨ ਵਾਸਤੇ ਹੁੰਦਾ ਵਾ, ਕੁਝ ਸਮੇਂ ਵਾਸਤੇ ਸਿਰਫ ਗੱਲਬਾਤ ਹੀ, ਕੁਝ ਵੀ ਨਹੀਂ। ਅਸਲ ਵਿੱਚ ਉਹ ਪੁੱਛਣ ਪਛਾਉਣ ਵਾਸਤੇ ਕੁਝ ਵੀ ਨਹੀਂ ਹੁੰਦਾ ਉਹਦੇ ਵਿੱਚ। ਪਰ ਇਹਨਾਂ ਸਿੱਧਾਂ ਨੇ ਜਿਹੜੇ ਸਵਾਲ ਕੀਤੇ, ਉਹ ਇਹਨਾਂ ਨੇ ਜੋ ਇਹਨਾਂ ਦੀ ਭਾਵਨਾ ਸੀ, ਬਹੁਤ ਉੱਚੇ ਉੱਚੇ ਸਵਾਲ ਕੀਤੇ ਮਹਾਰਾਜ ਸਾਹਿਬ ਜੀ ਦੇ ਨਾਲ। ਉਂਝ ਆਮ ਮਹਾਂਪੁਰਖਾਂ ਦਾ ਐਸਾ ਕਥਨ ਹੈ ਕਿ ਸਵਾਲ ਜਦੋਂ ਪੈਦਾ ਹੁੰਦਾ ਵਾ, ਇਹ ਬੇਚੈਨੀ ਚੋਂ ਪੈਦਾ ਹੁੰਦਾ। ਸਵਾਲ ਕਹਿੰਦੇ ਜਦੋਂ ਪੈਦਾ ਹੁੰਦਾ, ਇਹ ਦੁੱਖ ਵਿੱਚੋਂ ਪੈਦਾ ਹੁੰਦਾ। ਭਾਵੇਂ ਉਹ ਸਮਾਜਿਕ ਦੁੱਖ ਹੋਵੇ, ਭਾਵੇਂ ਉਹ ਮਾਇਆ ਪਦਾਰਥ ਦਾ ਦੁੱਖ, ਆਰਥਿਕ ਦੁੱਖ ਹੋਵੇ, ਭਾਵੇਂ ਉਹ ਸਰੀਰਕ ਰੋਗ ਦਾ ਦੁੱਖ ਹੋਵੇ, ਭਾਵੇਂ ਉਹ ਧਰਮ ਦੇ ਸੰਬੰਧ ਦੇ ਵਿੱਚ ਵੀ ਕੋਈ ਕਾਰਨ ਹੋਵੇ, ਵੀ ਸਵਾਲ ਜਦੋਂ ਪੈਦਾ ਹੁੰਦਾ ਵਾ, ਇਹ ਦੁੱਖ ਦੇ ਵਿੱਚੋਂ ਕਹਿੰਦੇ ਪੈਦਾ ਹੁੰਦਾ। ਇਸ ਕਰਕੇ ਆਮ ਹੀ ਸੰਸਾਰ ਦੇ ਵਿੱਚ ਕਿਸੇ ਲੋੜਵੰਦ ਨੂੰ ਸਵਾਲੀ ਵੀ ਕਿਹਾ ਜਾਂਦਾ। ਸਵਾਲੀ ਜਾਣੋ ਕਿ ਕੋਈ ਬਿਮਾਰ ਹੈ, ਉਹਦਾ ਕੋਈ ਪਤਾ ਲੈਣ ਵਾਸਤੇ ਜਾਂਦਾ, ਪੁੱਛਦਾ ਹੈ ਕਿ ਭਾਈ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ, ਤੇ ਫਿਰ ਉਹ ਆਪਣੇ ਰੋਗ ਬਾਰੇ ਦੱਸਦਾ ਹੈ। ਕਹਿੰਦਾ ਵੀ ਚੰਗੇ ਭਲੇ ਤੰਦਰੁਸਤ ਸੀ, ਪਤਾ ਨਹੀਂ ਇਹ ਬਿਮਾਰੀ ਕਿੱਥੋਂ ਲੱਗ ਗਈ। ਲੰਮਾ ਚੌੜੀ ਗੱਲ ਉਹਦੀ ਦੱਸਦਾ ਹੈ, ਫਿਰ ਉਹ ਆਪਣੇ ਰੋਗ ਦੇ ਬਾਰੇ। ਹੁਣ ਉਹ ਰੋਗ ਵਾ ਤੇ ਰੋਗ ਵਿੱਚੋਂ ਸਵਾਲ ਪੈਦਾ ਹੋਇਆ। ਡਾਕਟਰ ਨੂੰ ਤੇ ਦੱਸਣਾ ਹੀ ਦੱਸਣਾ ਹੈ, ਆਪਣੇ ਸੱਜਣ ਨੂੰ, ਮਿੱਤਰ ਨੂੰ, ਸੰਬੰਧੀ ਨੂੰ ਵੀ ਦੱਸਦਾ ਹੈ। ਜਿਹੜਾ ਬਿਮਾਰ ਹੋਇਆ ਕਿੰਨੀ ਵਾਰੀ ਆਪਣੀ ਤਕਲੀਫ ਦੱਸਦਾ, ਪਰ ਜਦੋਂ ਤੰਦਰੁਸਤ ਹੈ, ਕਦੀ ਤੰਦਰੁਸਤ ਬੰਦੇ ਨੇ ਤਾਂ ਨਹੀਂ ਆਖਿਆ ਕਿ ਮੈਂ ਤੰਦਰੁਸਤ ਕਿਉਂ ਆ, ਮੈਨੂੰ ਤੰਦਰੁਸਤੀ ਕਿਉਂ ਮਿਲੀ ਹੈ। ਨਹੀਂ, ਤੰਦਰੁਸਤ ਨਹੀਂ ਕਦੇ ਵੀ ਆਖੇਗਾ। ਜਦੋਂ ਬਿਮਾਰ ਹੋਵੇਗਾ, ਬਿਮਾਰ ਬੰਦਾ ਜਿਹੜਾ ਵੀ ਉਹਦੇ ਨਾਲ ਗੱਲ ਕਰੇਗਾ, ਆਪਣੀ ਬਿਮਾਰੀ ਦੀ ਗੱਲ ਪੂਰੀ ਦੱਸੇਗਾ। ਉਹ ਸਵਾਲ ਬਿਮਾਰੀ ਦੇ ਵਿੱਚੋਂ ਪੈਦਾ ਹੋਇਆ, ਦੁੱਖ ਦੇ ਵਿੱਚੋਂ ਪੈਦਾ ਹੋਇਆ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਲਗਭਗ ਸਾਰੇ ਸੰਸਾਰ ਨੇ ਸਵਾਲ ਕੀਤੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਸੇ ਨੂੰ ਸਵਾਲ ਨਹੀਂ ਕੀਤਾ। ਮਹਾਰਾਜ ਨੇ ਸਵਾਲਾਂ ਦੀਆਂ ਪੰਡਾਂ ਨਹੀਂ ਸਿਰ ਤੇ ਚੁੱਕੀਆਂ, ਸੰਸਾਰ ਦੇ ਲੋਕਾਂ ਨੇ ਸਵਾਲਾਂ ਦੀਆਂ ਪੰਡਾਂ ਚੁੱਕੀਆਂ ਹੋਈਆਂ ਸੀ। ਜੇ ਮਹਾਰਾਜ ਸਾਹਿਬ ਮੱਕੇ ਗਏ ਤੇ ਉੱਥੋਂ ਦੇ ਹਾਜੀਆਂ ਨੇ ਵੀ ਗੁਰੂ ਸਾਹਿਬ ਨੂੰ ਸਵਾਲ ਕੀਤੇ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਉੱਥੇ ਵੀ ਦੱਸਿਆ ਸੀ, ਜੇ ਮਹਾਰਾਜ ਹਰਿਦੁਆਰ ਜਾਂਦੇ ਆ ਤੇ ਉੱਥੋਂ ਦੇ ਪੰਡਤ ਵੀ ਗੁਰੂ ਸਾਹਿਬ ਨੂੰ ਸਵਾਲ ਕਰਦੇ, ਉਹਨਾਂ ਦਾ ਵੀ ਮਹਾਰਾਜ ਸਾਹਿਬ ਜੀ ਜਵਾਬ ਦਿੰਦੇ। ਜੇ ਵਿਦਿਆ ਦੇ ਗੜ੍ਹ ਕਾਂਸ਼ੀ ਵਿੱਚ ਜਾਂਦੇ ਆ, ਬਨਾਰਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉੱਥੋਂ ਦੇ ਵੱਡੇ ਵੱਡੇ ਵੇਦ ਸ਼ਾਸਤਰ ਪੜ੍ਹੇ ਹੋਏ ਵਿਦਵਾਨ, ਉਹ ਵੀ ਸਵਾਲ ਕਰਦੇ ਮਹਾਰਾਜ ਸਾਹਿਬ ਜੀ। ਉਹਨਾਂ ਨੂੰ ਵੀ ਗਰੀਬ ਨਵਾਜ ਸਾਹਿਬ ਜੀ ਜਵਾਬ ਦਿੰਦੇ ਹੈ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਧਨ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤੇ ਹਾਲ ਵਿਚਾਰਨ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਅਨੇਕਾਂ ਸਵਾਲੀ ਆਏ। ਸਵਾਲੀ ਉਸ ਨੂੰ ਕਿਹਾ ਜਾਂਦਾ ਜਿਹੜਾ ਲੋੜਵੰਦ ਹੈ, ਲੋੜਵੰਦ ਉਸ ਨੂੰ ਸਵਾਲੀ ਕਿਹਾ ਜਾਂਦਾ। ਜੋ ਦੁਖੀ ਹੈ, ਰੋਗੀ ਹੈ, ਲੋੜਵੰਦ ਹੈ, ਕਹਿੰਦੇ ਵੀ ਇਹ ਸਵਾਲੀਆ ਹੈ, ਇਹਨੂੰ ਕੁਝ ਚਾਹੀਦਾ। ਤਾਂ ਮਹਾਰਾਜ ਸਾਹਿਬ ਜੀ ਨੇ ਹਰੇਕ ਸਵਾਲ ਦਾ ਜਵਾਬ ਦਿੱਤਾ ਜਿਸ ਵੀ ਕਿਸੇ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ। ਸਿੱਧਾਂ ਨੇ ਸਵਾਲ ਕੀਤੇ ਤੇ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਨੂੰ ਵੀ ਜਵਾਬ ਦਿੱਤਾ। ਪਹਿਲਾਂ ਜਦੋਂ ਉਹਨਾਂ ਨੇ ਪੁੱਛਿਆ ਨਾ, ਬਾਲਕਿਆ ਕਹਿ ਕੇ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਤੇ ਮਹਾਰਾਜ ਨੇ ਉਹਨਾਂ ਨੂੰ ਦੱਸਿਆ। ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਗਰੀਬ ਨਵਾਜ ਕਹਿਣ ਲੱਗੇ, ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਸਿੱਧੋ ਨਾਥੋ, ਅਸੀਂ ਪਰਮੇਸ਼ਰ ਨੂੰ ਜਪਿਆ ਤੇ ਪ੍ਰੇਮਾ ਭਗਤੀ ਦੀ ਤਾੜੀ ਸਮਾਧੀ ਲਾਈ, ਤੇ ਇਸ ਕਰਕੇ ਇੱਥੇ ਸਮੇਰ ਪਰਬਤ ਤੇ ਆ ਪਹੁੰਚੇ।
ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਫਿਰ ਉਹਨਾਂ ਨੇ ਸਵਾਲ ਕੀਤੇ, ਗੋਸ਼ਟੀ ਕੀਤੀ। ਇਸ ਕਰਕੇ ਇਸ ਬਾਣੀ ਦਾ ਨਾਮ ਗੁਰੂ ਸਾਹਿਬ ਜੀ ਨੇ ਸਿੱਧ ਗੋਸ਼ਟ ਦਿੱਤਾ। ਸਿੱਧਾਂ ਦੇ ਨਾਲ ਜੋ ਗੋਸ਼ਟੀ ਹੋਈ ਹੈ, ਇਹ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸਿੱਧ ਗੋਸ਼ਟ ਸਿੱਧਾਂ ਦੇ ਨਾਲ ਗੋਸ਼ਟੀ ਜਿਸ ਵਿੱਚ ਹੋਈ ਹੈ, ਇਸ ਪਵਿੱਤਰ ਬਾਣੀ ਦਾ ਨਾਮ ਸਿੱਧ ਗੋਸ਼ਟ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਮਹਾਰਾਜ ਮੰਗਲ ਕਰਦੇ, ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਉਹ ਬਹੁਤੇ ਨਹੀਂ ਹਨ, 2 4 ਜਾਂ 5 7 ਨਹੀਂ, ਪਰਮੇਸ਼ਰ ਇੱਕੋ ਹੀ ਹੈ। ਸਾਰੀ ਬਾਣੀ ਦਾ ਇਹ ਸਿਧਾਂਤ ਹੈ ਸਾਧ ਸੰਗਤ ਜੀ, ਇੱਕ ਓੰਕਾਰ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਮਹਾਰਾਜ ਨੇ ਕਿੰਨੀ ਵਾਰੀ ਗੁਰਬਾਣੀ ਦੇ ਵਿੱਚ ਇਸ ਸਿਧਾਂਤ ਨੂੰ ਖੋਲਿਆ। ਮਹਾਰਾਜ ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਮਾਲਕ ਇੱਕੋ ਹੀ ਹੈ, ਉਹਦੇ ਨਾਮ ਅਨੇਕਾਂ ਹਨ, ਉਹਦੇ ਰੂਪ ਅਨੰਤਵਾਂ। ਉਹ ਏਕੋ ਕਰਕੇ ਅਨੇਕਾਂ ਰੂਪ ਹੋ ਜਾਂਦਾ ਹੈ, ਪਰ ਹੈ ਇੱਕ ਹੀ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਉਸ ਵਾਹਿਗੁਰੂ ਜੀ ਦੀ ਕੁਦਰਤ ਹੈ, ਉਹਦੀ ਸ਼ਕਤੀ ਹੈ ਵੀ ਉਹ ਇੱਕ ਖਿਣ ਦੇ ਵਿੱਚ ਹੀ ਇੱਕ ਤੋਂ ਅਨੇਕਾਂ ਹੋ ਜਾਂਦਾ। ਇਹ ਅਨੇਕ ਪ੍ਰਕਾਰ ਦੀ ਉਸਨੇ ਸ੍ਰਿਸ਼ਟੀ ਸਾਜੀ ਹੈ। ਅਨੇਕ ਪ੍ਰਕਾਰ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਵੀ ਆਪਣੀ ਜੋਤ ਨੂੰ ਉਹਨੇ ਸਾਰੇ ਪਾਸੇ ਵਿਆਪਕ ਕੀਤਾ ਹੋਇਆ, ਪਰ ਆਪ ਉਹ ਇੱਕ ਹੀ ਹੈ। ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਹੇ ਕਰਤਾਰ ਤੇਰੇ ਨਾਮ ਅਨੇਕਾਂ। ਕਿੰਨੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹੀ ਆ ਜਾਂਦੇ। ਵਾਹਿਗੁਰੂ ਜੀ ਕਿੰਨੇ ਨਾਮ ਆਉਂਦੇ, ਰਾਮ, ਰਹੀਮ, ਦਮੋਦਰ, ਗੋਪਾਲ, ਦੀਨ ਦਇਆਲ, ਕਿੰਨੇ ਨਾਮ ਆ ਜਾਂਦੇ। ਇੱਕ ਇੱਕ ਸ਼ਬਦ ਦੇ ਵਿੱਚ ਹੀ ਕਿੰਨੇ ਨਾਮ। ਨਾਮ ਅਨੇਕਾਂ ਵਾ ਪਰ ਹਸਤੀ ਇੱਕ ਹੈ, ਰੂਪ ਅਨੰਤ ਵਾ ਪਰ ਉਹ ਹੈ ਇੱਕ ਹੀ। ਕੋਈ ਉਸ ਨੂੰ ਰਾਮ ਕਹਿ ਕੇ ਸਿਮਰਦਾ ਹੈ, ਕੋਈ ਰਹੀਮ ਕਹਿ ਕੇ ਯਾਦ ਕਰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਗੁਸਈਆਂ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਦਮੋਦਰ ਕਹਿੰਦਾ ਹੈ, ਕੋਈ ਮਾਧੋ ਕਹਿੰਦਾ, ਕੋਈ ਹਰ ਹਰ ਕਹਿੰਦਾ। ਕਿੰਨੇ ਨਾਮ ਹਨ। ਰਾਮਕਲੀ ਰਾਗ ਵਿੱਚ ਹੀ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ, ਰਹਿਮ ਕਰਨ ਵਾਲਾ ਹੈ ਹੀ ਕੋਈ, ਪਰ ਉਹਦਾ ਕਿਸੇ ਨੇ ਨਾਮ ਰਾਮ ਰੱਖਿਆ ਹੈ, ਕੋਈ ਉਸ ਨੂੰ ਖੁਦਾ ਕਹਿੰਦਾ ਹੈ, ਕੋਈ ਅੱਲਾ ਕਹਿੰਦਾ, ਕੋਈ ਗੁਸਈਆਂ ਕਹਿੰਦਾ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਇੱਕ ਹੈ, ਜਿਸ ਵਰਗਾ ਕੋਈ ਦੂਜਾ ਨਹੀਂ, ਇੱਕ ਹੈ, ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਜਿਵੇਂ ਇੱਕ ਮਨੁੱਖ ਵਰਗੇ ਕਿੰਨੇ ਮਨੁੱਖ ਹਨ, ਇਸ ਤਰ੍ਹਾਂ ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਉਹ ਇੱਕੋ ਇੱਕ ਹੀ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਉਹ ਇੱਕ ਹੁੰਦਿਆਂ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਪ੍ਰਕਾਸ਼ ਪਾ ਰਿਹਾ ਹੈ। ਉਸੇ ਦਾ ਪ੍ਰਕਾਸ਼ ਇੱਕ ਇੱਕ ਜੀਵ ਜੰਤੂ ਦੇ ਵਿੱਚ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦਾ ਪ੍ਰਕਾਸ਼ ਹੈ। ਉਸੇ ਦਾ ਹੀ ਪ੍ਰਕਾਸ਼ ਸੂਰਜ ਦੇ ਵਿੱਚ ਹੈ, ਚੰਦ ਦੇ ਵਿੱਚ ਹੈ, ਤਾਰਿਆਂ ਸਿਤਾਰਿਆਂ ਦੇ ਵਿੱਚ ਹੈ, ਹਰ ਇੱਕ ਜੀਵ ਜੰਤੂ ਦੇ ਵਿੱਚ ਹੈ। ਇਸ ਨੂੰ ਮਹਾਰਾਜ ਨੇ ਬਾਣੀ 'ਚ ਇਸ ਤਰ੍ਹਾਂ ਕਥਨ ਕੀਤਾ, ਸਭ ਮਹਿ ਜੋਤ, ਜੋਤ ਹੈ ਸੋਏ,
ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਸ ਵਾਹਿਗੁਰੂ ਦੇ ਪ੍ਰਕਾਸ਼ ਕਰਕੇ, ਉਹਦੇ ਚਾਨਣੇ ਕਰਕੇ ਸਾਰਿਆਂ 'ਚ ਚਾਨਣਾ ਹੋ ਰਿਹਾ। ਸਾਡੀਆਂ ਅੱਖਾਂ ਵੇਖ ਰਹੀਆਂ, ਇਹ ਚਾਨਣਾ ਹੀ ਹੈ, ਪ੍ਰਕਾਸ਼ ਹੀ ਉਹਨੇ ਪਾਇਆ ਹੋਇਆ। ਇਹ ਵਾਹਿਗੁਰੂ ਦੀ ਸੱਤਾ ਦੇ ਕਰਕੇ ਸਾਡੀਆਂ ਅੱਖਾਂ ਵੇਖਣ ਦਾ ਕੰਮ ਕਰਦੀਆਂ। ਇਹ ਸਭ ਮਹਿ ਜੋਤ ਜੋਤ ਹੈ, ਸੋਏ ਦੀ ਤਾਕਤ ਹੈ। ਸਾਡੇ ਕੰਨ ਸੁਣ ਰਹੇ, ਸਾਡੀ ਰਸਨਾ ਬੋਲ ਰਹੀ, ਸਾਡੇ ਹੱਥ ਪੈਰ ਹਰਕਤ ਕਰ ਰਹੇ ਹਨ, ਇਹ ਸਰੀਰ ਹਿਲ ਜੁਲ ਰਿਹਾ ਹੈ, ਇਹ ਉਸੇ ਪ੍ਰਕਾਸ਼ ਦਾ ਸਦਕਾ ਹੀ ਹੈ। ਸਾਡੀ ਬੁੱਧੀ ਨਿਸ਼ਚਾ ਕਰ ਰਹੀ ਹੈ, ਮਨ ਫੁਰਨੇ ਕਰ ਰਿਹਾ ਹੈ, ਚਿੱਤ ਚਿਤਵਣੀ ਕਰ ਰਿਹਾ ਹੈ, ਇਹ ਅੰਤਸ਼ਕਰਨ ਅੰਦਰ ਜਿਹੜਾ ਆਪਣੀ ਕਿਰਿਆ ਕਰ ਰਿਹਾ ਹੈ। ਇਹ ਸਰੀਰ ਦੀ ਹਰੇਕ ਹਰਕਤ ਉਹ ਵਾਹਿਗੁਰੂ ਪਰਮੇਸ਼ਰ ਦੀ ਸੱਤਿਆ ਦੇ ਨਾਲ ਹੀ ਹੈ, ਉਹਦੀ ਜੋਤ ਦੇ ਨਾਲ ਹੀ ਹੈ। ਬਾਣੀ 'ਚ ਵੀ ਆਖਿਆ ਮਹਾਰਾਜ ਨੇ, ਜਾਵੇ ਆਪਣੀ ਜੋਤ ਖਿੰਚ ਹੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾਵ ਖਿਆਲਾ। ਇਹ ਸੁਆਮੀ, ਇਹ ਮਾਲਕ, ਜਦੋਂ ਆਪਣੀ ਜੋਤ ਤਾਕਤ ਖਿੱਚ ਲੈਂਦੇ ਹੋ ਜੀਵ ਦੇ ਅੰਦਰੋਂ, ਫਿਰ ਕੋਈ ਵੇਖਿਆ ਬੋਲਦਾ, ਫਿਰ ਕੋਈ ਵੇਖਿਆ ਚੱਲਦਾ। ਫਿਰ ਸਰੀਰ ਤਾਂ ਉਹੀ ਆ ਪਰ ਚੱਲ ਨਹੀਂ ਸਕਦਾ, ਫਿਰ ਹਿੱਲਦਾ ਨਹੀਂ। ਸਰੀਰ ਦੀ ਸਾਰੀ ਹਰਕਤ ਉਹ ਵਾਹਿਗੁਰੂ ਦੀ ਜੋਤ ਕਰਕੇ ਹੈ, ਉਹਦੀ ਸੱਤਾ ਕਰਕੇ ਹੈ। ਇਸ ਕਰਕੇ ਉਹ ਪਰਮੇਸ਼ਰ ਇੱਕ ਹੁੰਦਿਆਂ ਵੀ ਉਹਨੇ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਪ੍ਰਕਾਸ਼ ਪਾਇਆ ਹੋਇਆ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦੇ ਤਿੰਨ ਭੇਦ ਕਰਕੇ ਵੀ ਅਰਥ ਗੁਰਮੁਖ ਕਰਦੇ ਹਨ। ਓਅੰਕਾਰ, ਉਹ ਨਾਮ ਹੈ ਉਤਪਤੀ ਦਾ। ਉਸ ਇੱਕ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਸਾਰਿਆਂ ਨੂੰ ਪੈਦਾ ਕੀਤਾ। ਅੰਗ ਪੱਖ ਦਾ ਨਾਮ ਹੈ, ਸਾਰੀ ਸ੍ਰਿਸ਼ਟੀ ਦੀ ਉਹ ਇੱਕੋ ਹੀ ਪਾਲਣਾ ਕਰ ਰਿਹਾ ਹੈ, ਤੇ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਕਾਰ ਸੰਘਾਰ ਕਰਨ ਵਾਲਾ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਖਾਤਮਾ ਕਰਨ ਵਾਲਾ ਇੱਕ ਹੈ, ਇੱਕ ਓਅੰਕਾਰ। ਫਿਰ ਉਹ ਕੈਸਾ ਹੈ? ਮਹਾਰਾਜ ਕਹਿੰਦੇ ਸਤ ਗੁਰ ਪ੍ਰਸਾਦ। ਸਤ ਹੈ, ਜੋ ਸਦਾ ਰਵੇ ਉਸ ਨੂੰ ਸਤ ਆਖਿਆ ਜਾਂਦਾ, ਜੋ ਸਦੀਵੀ ਹੈ, ਤ੍ਰਈ ਕਾਲ ਆਬਾਦ ਰੂਪ ਹੈ, ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਸਤ ਹੈ। ਸਤ ਸਦੀਵੀ ਹੈ, ਸੱਚ ਪਰਮੇਸ਼ਰ ਨਿਤ ਨਵਾਂ, ਪਿੱਛੇ ਸੀ ਹੁਣ ਹੈ ਅੱਗੇ ਹੋਵੇਗਾ। ਜਿਸ ਨੂੰ ਮਹਾਰਾਜ ਕਹਿੰਦੇ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਪ੍ਰਸਾਦ ਉਹ ਆਨੰਦ ਸਰੂਪ। ਸਤ ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤ, ਗੁਰ ਚੇਤਨ ਹੈ, ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਪਰਮੇਸ਼ਰ ਦੀ ਸਮਝ ਕਿਵੇਂ ਪ੍ਰਾਪਤ ਹੋਵੇ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਗੁਰੂ ਸਾਹਿਬ ਕਹਿੰਦੇ ਸਤਿਗੁਰ ਪ੍ਰਸਾਦ। ਸੱਚੇ ਗੁਰੂ ਦੀ ਪ੍ਰਸਾਦ ਨਾਮ ਭਾਈ ਕਿਰਪਾ ਦਾ ਹੈ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਨੇ ਵਾਰ-ਵਾਰ ਇਹ ਬਚਨ ਕਹੇ ਕਿ ਭਾਈ ਪੂਰੇ ਗੁਰੂ ਦੇ ਲੜ ਲੱਗ, ਸੱਚੇ ਗੁਰੂ ਦੇ ਲੜ ਲੱਗ। ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਾਣੀ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਸਾਰੀ ਬਾਣੀ ਦਾ ਇਹ ਸਿਧਾਂਤ ਹੈ ਸਾਧ ਸੰਗਤ ਜੀ, ਜੋ ਮਹਾਰਾਜ ਨੇ ਮੰਗਲ ਦੇ ਵਿੱਚ ਰੱਖਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਇੰਨੇ ਬਚਨ ਦੇ ਵਿੱਚ ਹੀ ਮਹਾਰਾਜ ਨੇ ਸਿਧਾਂਤ ਰੱਖਿਆ ਵੀ ਪ੍ਰਮਾਤਮਾ ਇੱਕ ਹੈ, ਉਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਪਾਲਣਾ ਕਰਦਾ ਹੈ ਤੇ ਖਾਤਮਾ ਕਰਦਾ ਹੈ। ਉਹਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਨਾਲ ਹੋਣੀ ਹੈ। ਆਪਣਾ ਉਦਮ ਜ਼ਰੂਰੀ ਹੈ, ਮਿਹਨਤ ਮਸ਼ੱਕਤ ਕਰਨੀ ਜ਼ਰੂਰੀ ਹੈ, ਪਰ ਮਿਹਨਤ ਘਾਲਣਾ ਸਫਲੀ ਉਦੋਂ ਹੋਣੀ ਜਦੋਂ ਗੁਰੂ ਦੀ ਕਿਰਪਾ ਹੋਈ, ਪੂਰੇ ਗੁਰੂ ਦੀ ਕਿਰਪਾ ਹੋਈ ਜਿਸ ਵੇਲੇ। ਇਸ ਕਰਕੇ ਵਾਰ-ਵਾਰ ਇਹ ਬਚਨ ਅੰਮ੍ਰਿਤ ਬਾਣੀ ਵਿੱਚ ਆਇਆ ਕਿ ਭਾਈ ਸਤਿਗੁਰਾਂ ਦੀ ਕਿਰਪਾ ਮੰਗ। ਸਤਿਗੁਰੂ ਜੀ ਦੀ ਕਿਰਪਾ ਹੋਵੇਗੀ ਤੇ ਫਿਰ ਬਖਸ਼ਿਸ਼ਾਂ ਹੋਣਗੀਆਂ, ਫਿਰ ਰਹਿਮਤਾਂ ਹੋਣਗੀਆਂ।
ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕਿਰਪਾ ਦੇ ਵਿੱਚ ਕਨੇਰੇ ਸੁਖ ਹਨ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਕੀ ਚਰਨ ਸ਼ਰਨ ਵਿੱਚ ਆ ਕਰਕੇ ਨੀਵਾਂ ਹੋ ਕੇ ਤੇ ਤਰਲਾ ਪਾਇਆ ਕਰ ਭਾਈ, ਬੇਨਤੀ ਕਰਿਆ ਕਰ ਕਿ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੋ ਜਾਵੇ। ਜਿਨ੍ਹਾਂ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਆਪਣੀ ਕਿਰਪਾ ਕੀਤੀ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਈ, ਉਹਨਾਂ ਨੂੰ ਨਾਮ ਦੀ ਦਾਤ ਮਿਲੀ। ਤਾਂ ਮਹਾਰਾਜ ਕਹਿੰਦੇ ਕਿਰਪਾ ਮੰਗਣ ਵਾਸਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਕੇ ਤੇ ਬੇਨਤੀ ਕਰਿਆ ਕਰ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤਉ ਦੁਆਰੀ, ਲੇਖਾ ਛੋੜਿਆ ਲੇਖਾ ਛੂਟਾ ਹੈ, ਹਮ ਨਿਰਗੁਣ ਲੇਹੋ ਉਬਾਰੀ, ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਸ਼ਾ ਭਰਿਓ, ਰਾਖ ਲੇਹੋ ਇਹ ਬਾਰੀ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਉਸ ਮੌਕੇ ਤੇ। ਕਦੋਂ? ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਜੀ ਆਪਣੀ ਮਿਹਰ ਦੀ ਨਜ਼ਰ ਕਰਦੇ। ਜਦੋਂ ਸਤਿਗੁਰਾਂ ਦੀ ਖੁਸ਼ੀ ਹੋ ਗਈ, ਸਤਿਗੁਰਾਂ ਦੀ ਨਜ਼ਰ ਹੋ ਗਈ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋ। ਇੱਕ ਨਿਮਖ ਮਾਤਰ ਸਤਿਗੁਰੂ ਜੀ ਆਪਣਾ ਨਾਮ ਦੇ ਦੇਣ, ਹਿਰਦੇ ਵਸਾ ਦੇਣ, ਫਿਰ ਮਨ ਤੇ ਤਨ ਸੀਤਲ ਹੋ ਜਾਵੇ। ਇਹ ਮਹਾਰਾਜ ਸਾਹਿਬ ਜੀ ਨੇ ਸਿੱਧ ਗੋਸ਼ਟ ਬਾਣੀ ਦੀ ਆਰੰਭਤਾ ਕਰਦਿਆਂ ਆਰੰਭ ਵਿੱਚ ਮੰਗਲ ਰੱਖਿਆ। ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਪੂਰੇ ਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕਰਦਿਆਂ ਆਖਿਆ, ਜਿਹੜੀ ਦਾਤ ਪੂਰੇ ਗੁਰੂ ਸਾਹਿਬ ਦੇ ਪਾਸੋਂ ਪ੍ਰਾਪਤ ਹੋਣੀ ਹੈ ਨਾ, ਉਹ ਕਹਿੰਦੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਜਿੱਥੇ ਮਰਜ਼ੀ ਮਨੁੱਖ ਤੁਰਿਆ ਫਿਰੇ ਕਿਸੇ ਥਾਂ ਤੋਂ ਨਹੀਂ ਮਿਲ ਸਕਦੀ। ਕੁਝ ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਜੀ। ਆਂਬ ਕੀ ਸਦਰ ਕਤ ਮਿਟਤ ਆਂਵਲੀ ਖਾਏ, ਅੰਬ ਖਾਣ ਦੀ ਇੱਛਾ ਹੋਵੇ ਤੇ ਇਮਲੀ ਖਾ ਕਰਕੇ ਅੰਬ ਖਾਣ ਦੀ ਸਦਰ ਪੂਰੀ ਨਹੀਂ ਹੁੰਦੀ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ, ਪਿਤਾ ਵਾਲਾ ਪਿਆਰ ਕਿਸੇ ਆਂਢੀ ਗਵਾਂਢੀ ਤੋਂ ਨਹੀਂ ਮਿਲਦਾ, ਕਿਸੇ ਪੜੋਸੀ ਤੋਂ ਨਹੀਂ ਮਿਲਦਾ। ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸੈ, ਸਮੁੰਦਰ ਦਾ ਖਜ਼ਾਨਾ ਕਿਸੇ ਛੱਪੜ ਵਿੱਚੋਂ ਨਹੀਂ ਮਿਲਦਾ। ਦਿਨ ਕਰ ਸਾਰ ਦੀਪ ਜੋਤ ਨਾ ਪੁਜਾਈਐ, ਦਿਨ ਕਰ ਨਾਮ ਹੈ ਸੂਰਜ ਦਾ, ਦੀਪ ਨਾਮ ਦੀਵੇ ਦਾ। ਸੂਰਜ ਦੇ ਪ੍ਰਕਾਸ਼ ਦੇ ਬਰਾਬਰ ਦੀਵੇ ਦਾ ਪ੍ਰਕਾਸ਼ ਨਹੀਂ ਪਹੁੰਚ ਸਕਦਾ, ਸੂਰਜ ਦੇ ਬਰਾਬਰ ਇਹ ਦੀਵਾ ਨਹੀਂ ਕਰ ਸਕਦਾ। ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਮੀਂਹ ਦੇ ਪਾਣੀ ਦੇ ਬਰਾਬਰ ਖੂਹ ਦਾ ਪਾਣੀ ਨਹੀਂ ਪਹੁੰਚ ਸਕਦਾ। ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ, ਚੰਦਨ ਦੀ ਸ੍ਰੇਸ਼ਟ ਸੁਗੰਧੀ ਦੇ ਬਰਾਬਰ ਪਲਾਸ ਇੱਕ ਤਰ੍ਹਾਂ ਦਾ ਦਰਖਤ ਹੈ, ਉਹਨੂੰ ਫੁੱਲ ਤਾਂ ਬੜੇ ਸੋਹਣੇ ਲੱਗਦੇ ਆ ਪਰ ਉਹਦੇ ਚ ਸੁਗੰਧੀ ਕੋਈ ਨਹੀਂ ਹੁੰਦੀ। ਉਹ ਪਲਾਸ ਦਾ ਦਰਖਤ ਨਹੀਂ ਪੁੱਜ ਸਕਦਾ। ਢੱਕ ਪਲਾਹ ਦਾ ਜਿਹੜਾ ਬੂਟੇ ਆ ਉਹ ਚੰਦਨ ਦੀ ਬਰਾਬਰੀ ਨਹੀਂ ਕਰ ਸਕਦੇ। ਇੰਨੀਆਂ ਉਦਾਹਰਨਾਂ ਦੇ ਕੇ ਕਹਿੰਦੇ ਸ੍ਰੀ ਗੁਰ ਦਇਆਲ ਕੀ ਦਇਆ ਨਾ ਆਣ ਦੇਵ ਮੈਂ, ਜੋ ਖੰਡ ਬ੍ਰਹਮੰਡ ਉਹਦੇ ਅਸਤ ਲੋਤਾਈ ਹੈ। ਜਿਹੜੀ ਦਇਆ ਜਿਹੜੀ ਬਖਸ਼ਿਸ਼ ਪੂਰੇ ਗੁਰੂ ਸਾਹਿਬ ਦੇ ਪਾਸੋਂ ਮਿਲਣੀ ਹੈ ਬੰਦਿਆ, ਉਹ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੀਕ ਜਿੱਥੇ ਮਰਜੀ ਭੱਜਦਾ ਦੌੜਦਾ ਰਹੇ, ਉਹ ਕਿਸੇ ਦੇਵੀ ਕਿਸੇ ਦੇਵਤੇ ਕੋਲੋਂ ਨਹੀਂ ਮਿਲ ਸਕਦਾ। ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਹਦੇ ਅਸਤ ਲੋਤਾਈ ਹੈ। ਭਾਵੇਂ ਖੰਡਾਂ ਬ੍ਰਹਮੰਡਾਂ ਵਿੱਚ ਚੜ੍ਹਦੇ ਤੋਂ ਲਹਿੰਦੇ ਤੀਕ ਜਿੱਥੇ ਮਰਜੀ ਦੌੜਦੇ ਰਹੀਏ, ਪਰ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਤੋ ਸਾਧ ਸੰਗਤ ਜੀ, ਇਹ ਸਿੱਧ ਗੋਸ਼ਟ ਬਾਣੀ ਦੀ ਉਥਾਨਕਾ ਔਰ ਸਿੱਧ ਗੋਸ਼ਟ ਬਾਣੀ ਦੇ ਆਰੰਭ ਦਾ ਮੰਗਲ, ਇਸ ਦੀ ਵਿਚਾਰ ਅੱਜ ਹੋਈ ਹੈ। ਅੱਗੇ ਬਾਣੀ ਦੀ ਆਰੰਭਤਾ ਜਿਵੇਂ ਮਹਾਰਾਜ ਸਾਹਿਬ ਜੀ ਕਰਨਗੇ ਉਹਦੀ ਵਿਚਾਰ ਕੱਲ ਨੂੰ ਹੋਵੇਗੀ।
ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਸੰਬੰਧ ਵਿੱਚ ਬੇਨਤੀਆਂ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸਿੱਧ ਸਭਾ ਘਰ ਆਸਣ ਬੈਠੇ ਸੰਤ ਸਭਾ ਜੈਕਾਰੋ। ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦਿਓ। ਨਾਨਕ ਸੰਤ ਮਿਲੈ ਸਚ ਪਾਈਐ ਸਹਿਜ ਭਾਏ ਜਸ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।